ਸੀਨੀਅਰਸ ਵਾਸਤੇ ਇੱਕ ਵੱਡੀ ਚੇਂਜ ਸਾਡੀ ਸਰਕਾਰ ਨੇ ਲਾਗੂ ਕੀਤੀ ਹੈ। ਕਾਫੀ ਪੁਰਾਣਾ ਕਾਨੂੰਨ ਬਣਿਆ ਹੋਇਆ ਸੀ ਜਿਸ ਨੂੰ ਲਾਗੂ ਹੁਣ ਕੀਤਾ ਗਿਆ ਹੈ। ਬਹੁਤ ਸਾਰੇ ਪਰਿਵਾਰਾਂ ਦੇ ਉੱਤੇ ਇਸ ਦਾ ਅਸਰ ਪੈਣਾ ਹੈ। 2 ਪੈਨਸ਼ਨਾਂ ਮਿਲਦੀਆਂ ਸਮਝੀਏ ਆਪਾਂ ਇਹਨੂੰ ਆਪਣੀ ਲੈਂਗੁਏਜ ਵਿੱਚ ਇਹ ਕਹਿੰਦੇ 2 ਪੈਨਸ਼ਨਾਂ ਮਿਲਦੀਆਂ। ਸੋ ਹੁਣ ਉਹ ਇੱਕੋ ਹੀ ਮਿਲਣੀ ਹੈ, 2 ਨਹੀਂ ਮਿਲਣਗੀਆਂ। ਬਿਲਕੁਲ ਸਪਲੀਮੈਂਟ ਹੁਣ ਤੁਹਾਨੂੰ 20 ਸਾਲ ਵੇਟ ਕਰਨੀ ਪੈਣੀ ਅਪਲਾਈ ਕਰਨ ਵਾਸਤੇ। ਜੇ ਤੁਸੀਂ 2016 ਚ ਆਏ ਹੋ ਜੀ, ਜੇ ਉਹ 'ਚ 20 ਸਾਲ ਲਿਖਿਆ ਵੈ ਇੰਤਜ਼ਾਰ ਕਰੋ 2036 ਚ ਵਾਰੀ ਆਏਗੀ। 2036 ਚ ਵਾਰੀ ਆਏਗੀ। ਵਾਹ 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 ਵਾਹ। ਤੇ ਬਹੁਤ ਸਾਰੇ ਲੋਕ ਤਾਂ ਤਿਆਰ ਬੈਠੇ ਹੋਣਗੇ ਜੀ। ਹੁਣ ਉਹਨੂੰ ਇਹ ਪਤਾ ਕਿਉਂ ਨਹੀਂ ਲੱਗ ਸਕਿਆ, ਇਹਦੀ ਇਨਫੋਰਮੇਸ਼ਨ ਕਿਉਂ ਨਹੀਂ ਆ ਸਕੀ ਜੀ ਬਾਹਰ? ਇਹ ਸਰਕਾਰਾਂ ਦਾ ਹੀ ਕੰਮ ਹੈ ਜੀ। ਅੱਜ ਅਸੀਂ ਰਿਕੁਐਸਟ ਕੀਤੀ ਹੈ ਫਾਈਨਾਂਸ ਦੇ ਮਾਹਰ, ਪੈਨਸ਼ਨਸ ਦੇ ਮਾਹਿਰ, CPA ਅਕਾਊਂਟਸ ਦੇ ਮਾਹਿਰ ਸੁਰੇਸ਼ ਮਦਾਨ ਜੀ ਨੂੰ। ਅੱਜ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ। 2026 ਦੇ ਵਿੱਚ ਟੈਕਸ ਬ੍ਰੈਕਟਸ ਚੇਂਜ ਹੋ ਰਹੀਆਂ ਨੇ, ਹੋਰ ਕਿਹੜੀਆਂ ਤਬਦੀਲੀਆਂ ਆ ਰਹੀਆਂ ਨੇ ਪੈਨਸ਼ਨ ਪਲਾਨ ਨੂੰ ਲੈ ਕੇ। ਬਜ਼ੁਰਗਾਂ ਦੇ ਪੈਨਸ਼ਨ ਪਲਾਨਸ ਦੇ ਵਿੱਚ ਇੱਕ ਵੱਡੀ ਤਬਦੀਲੀ ਦਾ ਐਲਾਨ ਸਾਨੂੰ ਸੁਣਨ ਨੂੰ ਮਿਲਿਆ ਹੈ। ਅੱਜ ਉਸ ਦੀ ਵੀ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਜੀ ਕਿ ਅੱਜ ਦਾ ਸੈਗਮੈਂਟ ਬਹੁਤ ਮਹੱਤਵਪੂਰਨ ਰਹੇਗਾ। ਪਲੀਜ਼ ਇਸ ਨੂੰ ਧਿਆਨ ਨਾਲ ਸੁਣਨਾ। ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਸਾਨੂੰ 403 286 1067 ਤੇ ਟੈਕਸਟ ਵੀ ਕਰ ਸਕੋਗੇ। 4032861067 ਤੇ ਤੁਸੀਂ ਟੈਕਸਟ ਮੈਸੇਜ ਵੀ ਸਾਨੂੰ ਭੇਜ ਸਕੋਗੇ ਜੀ। ਸੁਰੇਸ਼ ਜੀ ਮੇਰੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ। ਸੁਰੇਸ਼ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਵੈਰੀ ਗੁੱਡ ਮਾਰਨਿੰਗ ਜੀ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਜੀ। ਜੀ ਬਹੁਤ ਮਿਹਰਬਾਨੀ ਸਰ, ਥੈਂਕ ਯੂ। ਤੇ ਸਾਲ 2026 ਆ ਹੀ ਗਿਆ ਜੀ ਬੜੀ ਛੇਤੀ। ਇਸ ਵਾਰ ਲੱਗ ਰਿਹਾ ਕਿ ਛੇਤੀ ਆ ਗਿਆ ਪਹਿਲਾਂ ਨਾਲੋਂ। ਜੀ ਮੈਂ ਤਾਂ ਮੇਰੇ ਵਾਈਫ ਕਹਿੰਦੇ ਹੁੰਦੇ ਨੇ ਕਿ ਕੋਵਿਡ ਤੋਂ ਬਾਅਦ ਨਾ ਪਤਾ ਨਹੀਂ ਸਪੀਡ ਵੱਧ ਗਈ ਹੈ। ਹੁਣ ਅਸੀਂ ਜਲਦੀ ਉਮਰ ਵੱਧਦੀ ਪਈ ਸਾਡੀ, ਦਿਨ ਖਤਮ ਹੋ ਗਏ ਨੇ। ਇੱਕਦਮ ਹੀ ਹੋ ਗਿਆ ਜੀ ਇਹ। ਸੋ ਹੁਣ ਦੱਸੋ ਕਿ ਇੱਕ ਆਮ ਆਦਮੀ ਵਾਸਤੇ ਜਿਹੜੀ ਅਰਨਿੰਗ ਹੈ, ਜਿਹੜਾ ਫੁੱਲ ਸੈਲਰੀ ਦੇ ਉੱਤੇ, ਫੁੱਲ ਟਾਈਮ ਸੈਲਰੀ ਦੇ ਉੱਤੇ ਕੰਮ ਕਰ ਰਿਹਾ ਹੈ, ਕਿੰਨੀ ਟੈਕਸ ਸੇਵਿੰਗ ਉਹ ਕਰ ਸਕੇਗਾ? 2026 ਦੀ ਫੈਡਰਲ ਟੈਕਸ ਬ੍ਰੈਕਟ ਕਿੱਥੇ ਜਾ ਰਹੀ ਹੈ? ਕੀ ਕੁਝ ਹੋ ਰਿਹਾ ਜੀ? ਆਪਾਂ ਜੀ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਜਿਹੜਾ ਇਸ ਟਾਈਮ ਬੇਸਿਕ ਪਰਸਨਲ ਅਮਾਊਂਟ ਜਿਹੜਾ ਹੁੰਦਾ ਵੈ, ਜਿਹੜਾ ਮਿਨੀਮਮ ਅਮਾਊਂਟ ਹੁੰਦਾ ਵੈ, ਆਪਾਂ ਸੈਲਰੀ ਦੀ ਗੱਲ ਨਹੀਂ ਕਰਾਂਗੇ, ਆਪਾਂ ਸਾਰਿਆਂ ਵਾਸਤੇ ਕਵਾਂਗੇ। ਇਹ ਸਾਰਿਆਂ ਵਾਸਤੇ ਹੈਗਾ ਜੀ। ਜੀ ਪਹਿਲੇ ਰਫਲੀ $15,000 ਤੱਕ ਕਿਸੇ ਨੂੰ ਟੈਕਸ ਨਹੀਂ ਲੱਗਦਾ। ਆਪਣੇ ਸਟੂਡੈਂਟਸ ਹੋ ਗਏ, ਆਪਣੇ ਸੀਨੀਅਰ ਹੋ ਗਏ, ਜਾਂ ਆਪਣਾ ਕੋਈ ਲੋ ਇਨਕਮ ਵਾਲੇ ਹੈਗੇ ਨੇ, ਜੇ ਤੁਸੀਂ 15,000 ਤੋਂ ਘੱਟ ਕਮਾਉਂਦੇ ਸੀਗੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ ਸੀਗਾ ਉਦੋਂ। ਉਹ ਅਮਾਊਂਟ ਵੱਧ ਕੇ ਹੁਣ ਰਫਲੀ $16,700 ਕੁਛ ਹੋ ਗਿਆ ਵੈ ਜੀ। ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਥੋੜ੍ਹਾ ਜਿਹਾ ਬੈਨੀਫਿਟ ਹੋਰ ਮਿਲੇਗਾ ਉਹਦਾ। ਸੋ ਸਪੋਜ਼ ਕਰੋ ਕਿ ਤੇਰੀ 16,700 ਇਨਕਮ ਹੈ, 15,000 ਇਨਕਮ ਨਹੀਂ ਸੀਗੀ, ਤੇ ਤੁਹਾਨੂੰ ਉਸ ਹਿਸਾਬ ਦੇ ਨਾਲ ਰਫਲੀ $150 ਤੋਂ $200 ਦਾ ਟੈਕਸ ਦਾ ਫਰਕ ਪੈ ਜਾਏਗਾ, ਤੁਹਾਨੂੰ ਘੱਟ ਜਾਏਗਾ। ਜੀ ਜੀ ਜੀ। ਦੂਸਰਾ ਜਿਹੜਾ ਮੇਜਰ ਚੇਂਜ ਹੋਇਆ ਜਦੋਂ ਲਿਬਰਲ ਗਵਰਨਮੈਂਟ ਉਹਨਾਂ ਨੇ ਇਲੈਕਸ਼ਨ ਦਾ ਕਰਦੇ ਪਏ ਸੀਗੇ ਤਾਂ ਉਹਨਾਂ ਨੇ ਆਪਣਾ ਕੰਪੇਨ ਕੀਤਾ ਸੀਗਾ, ਤੇ ਉਸ ਤੋਂ ਬਾਅਦ ਉਹ ਲਾ ਪਾਸ ਹੋ ਗਿਆ ਕਿ ਜਿਹੜੀ ਪਹਿਲੀ ਟੈਕਸ ਰੇਟ ਹੈਗੀ ਉਹ 15% ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਸਪੋਜ਼ $16,000 ਕੁਛ ਕਮਾਉਂਦੇ ਹੋ ਤੇ ਤੁਸੀਂ 16,000 ਤੋਂ ਬਾਅਦ ਲੈ ਕੇ $58,000 ਤੱਕ, ਸੋ $42,000 ਜੀ, ਉਹਦੇ ਉੱਤੇ ਤੁਸੀਂ ਐਟ ਪ੍ਰੈਜ਼ੈਂਟ 15% ਟੈਕਸ ਪੇ ਕਰਦੇ ਪਏ ਸੀਗੇ। ਹਾਂਜੀ। ਹੁਣ ਤੁਸੀਂ ਉਹ 15 ਦੀ ਬਜਾਏ 14% ਪੇ ਕਰੋਗੇ। ਸੋ 1% ਘੱਟ ਗਿਆ। 1% ਘੱਟ ਗਿਆ, ਠੀਕ ਹੈ। ਸੋ ਮੈਂ ਜ਼ਬਾਨੀ 'ਚ ਕੈਲਕੂਲੇਸ਼ਨ ਕਰਾਂ, ਸਪੋਜ਼ ਕਰੋ ਕਿ ਮੇਰੀ ਇਨਕਮ ਜਿਹੜੀ ਰਫਲੀ $50,000 ਫਾਲਤੂ ਹੋ ਗਈ ਨਾ, ਜਾਂ 40,000 ਕਹਿ ਰਹੇ ਨੇ ਆਪਾਂ। ਹੁਣ 40,000 ਤੇ 15% ਟੈਕਸ ਲੱਗਣਾ ਸੀਗਾ $6,000 ਜੀ। ਹੁਣ ਤੁਸੀਂ ਉਹਨੂੰ 14% ਕਰ ਦਿਓ ਤੇ 5600, ਸੋ $400 ਦਾ ਫਰਕ ਪੈ ਗਿਆ। $400 ਦਾ ਫਰਕ ਪੈ ਗਿਆ ਜੀ। ਇਹ ਸਾਰਿਆਂ ਵਾਸਤੇ, ਮੈਂ ਇਕੱਲਾ ਸੈਲਰੀ ਨਹੀਂ ਕਵਾਂਗਾ, ਸਾਰਿਆਂ ਵਾਸਤੇ, ਇਹ ਸਾਰਿਆਂ ਵਾਸਤੇ ਆ ਗਿਆ ਜੀ। ਅੱਛਾ, ਜਿਹੜਾ ਮਿਡਲ ਕਲਾਸ ਟੈਕਸ ਕੱਟ ਜਿਹੜਾ ਨਾਂ ਰੱਖਿਆ ਗਿਆ ਸੀ ਪਲੇਨ ਲੈਂਗੁਏਜ ਦੇ ਵਿੱਚ, ਤੇ ਕਿਹੜੇ ਫਿਰ ਇਨਕਮ ਗਰੁੱਪਸ ਇਹਦੇ ਵਿੱਚ ਆ ਜਾਣਗੇ ਜੀ? ਸੋ ਜਿਹੜੀ ਗੱਲ ਦੀ ਸ਼ੁਰੂਆਤ ਕੀਤੀ ਗਈ, ਸੋ ਇਸ ਅ ਪੋਲੀਟੀਕਲ ਵਰਡ ਜੀ, ਮਿਡਲ ਟੈਕਸ ਜਿਹੜਾ ਵਰਡ ਹੈਗਾ। ਪਹਿਲੇ ਮੈਂ ਦੱਸੋ ਕਿ ਮਿਡਲ ਇਨਕਮ ਵਾਲਾ ਹੈ ਕੌਣ ਹੈ ਜੀ? ਮਿਡਲ ਇਨਕਮ ਗਰੁੱਪ ਕਿਹੜਾ ਹੈ? ਮਤਲਬ 50,000 ਵਾਲਾ ਵੈ, ਲੱਖ ਵਾਲਾ ਵੈ, 1.5 ਲੱਖ ਵਾਲਾ ਹੈਗਾ ਵੈ। ਸੋ ਜਿਹੜੀ ਓਫੀਸ਼ੀਅਲ ਡੈਫੀਨੇਸ਼ਨ ਹੈਗੀ ਹੈ ਜੀ, ਉਹਨਾਂ ਦਾ ਇੱਕ ਨੰਬਰ ਆਉਂਦਾ ਕਿ ਉਹਦਾ 75% ਜਾਂ 200% ਇੱਕ ਨੰਬਰ ਹੈ। ਉਹ ਨੰਬਰ ਜਿਹੜਾ ਹੈਗਾ ਵਾ, ਤੁਸੀਂ ਮੈਨੂੰ ਹੈਰਾਨ ਨਹੀਂ ਹੋਏਗੀ, ਉਹ ਮਿਡਲ ਟੈਕਸ ਜਿਹੜਾ ਨੰਬਰ ਹੈ ਉਹ 50-60,000 ਨਹੀਂ ਹੈ, ਉਹ 1.5 ਲੱਖ ਤੋਂ ਉੱਪਰ ਹੈ। ਓਏ 1.5 ਲੱਖ ਤੋਂ ਉੱਪਰ ਵੀ ਆਪਾਂ ਮਿਡਲ ਟੈਕਸ ਨੂੰ ਗਿਣਦੇ ਹੈਗੇ ਹਾਂ ਅਸੀਂ। ਜਿਹੜਾ ਕੋਈ $1.5 ਲੱਖ ਕਮਾਉਂਦਾ ਹੈ ਸਾਲ ਦਾ, ਉਹ ਮਿਡਲ ਕਲਾਸ ਹੀ ਆ। ਹਾਂਜੀ, ਗਰੀਬ ਹੀ ਹੈ ਜੀ ਹਾਲੇ। ਓਏ ਹੋਏ ਹੋਏ। ਸੋ ਇਹ ਜਿਹੜਾ ਮਿਡਲ ਟੈਕਸ ਕੱਟ ਲਗਾਇਆ ਗਿਆ ਸੀਗਾ, ਕਿ ਕਿਹਾ ਗਿਆ ਸੀਗਾ, ਉਹਦਾ ਜਿਹੜਾ ਪ੍ਰਮੋਸ਼ਨ ਸੀਗੀ ਉਹ ਇਹ ਸੀ ਕਿ ਜਿਹੜੇ ਲੋ ਇਨਕਮ ਵਾਲੇ ਬੰਦੇ ਨੇ
ਉਹਨਾਂ ਨੂੰ ਆਪਾਂ ਸਾਲ ਦਾ ਰਫਲੀ 400 ਕੁਛ $420 ਆਪਾਂ ਬਚਾਵਾਂਗੇ। ਜੇ ਤੁਸੀਂ ਕਪਲ ਹੈਗੇ ਹੋ, ਹਸਬੈਂਡ ਵਾਈਫ ਹੈਗੇ ਹੋ, ਤੁਹਾਨੂੰ $840 ਬਚਾਵਾਂਗੇ 2026 ਦੇ ਵਿੱਚ। ਨਾ ਮਤਲਬ ਇੱਕ 2025 ਦੇ ਵਿੱਚ ਥੋੜ੍ਹਾ ਜਿਹਾ ਟ੍ਰਾਂਜ਼ੀਸ਼ਨਲ ਚੀਜ਼ ਹੈਗੀ ਹੈ, ਕਿਉਂਕਿ ਲਾਅ ਜਿਹੜਾ ਸੀਗਾ ਉਹ ਜੂਨ 'ਚ ਪਾਸ ਹੋਇਆ ਵਾ। ਸੋ 6 ਮਹੀਨੇ ਰੇਟ ਤੁਹਾਡੀ 15% ਰਹਿਣੀ ਹੈ ਅਤੇ 6 ਮਹੀਨੇ 14.5% ਰਹਿਣੀ ਹੈ। ਮਤਲਬ ਅੱਧਾ % ਦਾ ਫਰਕ ਪੈਣਾ ਤੁਹਾਨੂੰ। ਸੋ ਮਤਲਬ 6 ਮਹੀਨੇ 14% ਰਹਿਣੀ ਹੈ। ਸੋ 14.5 ਹੋ ਗਈ ਤੇਰੀ ਐਵਰੇਜ, ਮਤਲਬ ਨਾ 2026 'ਚ ਪੂਰੀ ਹੋਣੀ ਹੈ। ਸੋ ਇਸ ਸਾਲ ਤੁਹਾਨੂੰ 840 ਨਹੀਂ ਬਚਣੇ ਹੈਗੇ ਜਾਂ 420 ਨਹੀਂ ਬਚਣੇ, 200 ਕੁਛ ਬਚਣੇ ਹੈਗੇ। ਸੋ 2026 ਦੇ ਵਿੱਚ ਜਿਹੜਾ ਪੂਰੇ ਬਚਣਗੇ 2026 'ਚ, ਕਿਉਂਕਿ ਉਹਦਾ ਟੈਕਸ ਅਸੀਂ 27 'ਚ ਜਾ ਕੇ ਪੇ ਕਰਨਾ। ਬਿਲਕੁਲ ਠੀਕ ਗੱਲ ਹੈ। ਸੋ ਹੁਣ ਅਸੀਂ 25 ਦਾ ਪੇ ਕਰਨਾ। ਓਕੇ, 6 ਮਹੀਨੇ ਦੇ ਪੈਸੇ ਬਚਣੇ ਆ, ਸਾਲ ਦੇ ਨਹੀਂ ਬਚਣੇ ਹੈਗੇ। ਬਿਲਕੁਲ ਠੀਕ ਹੈ, ਥੋੜ੍ਹੇ ਜਿਹੇ ਘੱਟ ਬਚਣਗੇ। ਸੋ ਮਿਡਲ ਟੈਕਸ ਕੱਟ ਜਿਹੜਾ ਸੀਗਾ ਉਹਦਾ ਪ੍ਰਮੋਸ਼ਨ ਇਹੀ ਸੀਗੀ ਜੀ ਕਿ ਇਹ ਲੋ ਇਨਕਮ ਵਾਲੇ ਬੰਦੇ ਵਾਸਤੇ, ਜਿਹੜਾ ਬਿਲਕੁਲ ਥੱਲੇ ਨੇ, ਅਮੀਰਾਂ ਵਾਸਤੇ ਨਹੀਂ ਹੈ। ਲੇਕਿਨ ਇਹ 1.5 ਲੱਖ ਤੋਂ ਉੱਪਰ ਜਾਂਦਾ ਨੰਬਰ, ਉਸ ਤੱਕ ਸਾਰਿਆਂ ਨੂੰ ਫਾਇਦਾ ਹੁੰਦਾ ਜੀ। ਸੋ ਜਦੋਂ ਇਹ 1.5 ਲੱਖ ਇਨਕਮ ਹੈ ਤੁਹਾਨੂੰ ਵੀ $420 ਬਚਣਗੇ। ਹਾਂਜੀ, ਤੁਸੀਂ $1,73,000 ਸਭ ਇਹ ਨੰਬਰ ਜਿਹੜੇ ਮੈਂ ਤੁਹਾਨੂੰ ਕਹਿੰਦਾ ਨਾ, ਕਿਉਂਕਿ ਨੰਬਰ ਹਰ ਸਾਲ ਚੇਂਜ ਹੋ ਜਾਂਦੇ ਨੇ ਇਨਫਲੇਸ਼ਨ ਦੇ ਕਾਰਨ ਨਾ। ਇਸ ਲਈ ਨੰਬਰ ਮੈਂ ਤੁਹਾਨੂੰ ਐਗਜ਼ੈਕਟ ਨੰਬਰ ਨਹੀਂ ਤੁਹਾਨੂੰ ਦੱਸਦਾ ਪਿਆ। ਸੋ 1,70,000 ਜਾਂ 1,73,000 ਤੋਂ ਬਾਅਦ ਉਹ ਥੋੜ੍ਹਾ ਜਿਹਾ ਘੱਟਦਾ ਹੈਗਾ ਵੈ। ਸੋ ਉਹਨਾਂ ਨੂੰ ਘੱਟ ਫਾਇਦਾ ਹੁੰਦਾ। ਲੇਕਿਨ ਜੇ ਤੁਸੀਂ 1,50,60,000 ਕਮਾ ਰਹੇ ਹੋ, ਤੁਹਾਨੂੰ ਵੀ ਫਾਇਦਾ ਹੋਏਗਾ ਇਸ ਚੀਜ਼ ਦਾ। ਤੁਸੀਂ ਮਿਡਲ ਟੈਕਸ ਦੇ ਵਿੱਚ ਆਉਂਦੇ ਹੋ ਜੀ। ਤੇ ਥੋੜ੍ਹਾ ਜਿਹਾ ਸਾਨੂੰ ਦੱਸਿਓ ਜੀ ਕਿ ਸਿੰਪਲ ਟਰਮਸ ਦੇ ਵਿੱਚ ਕਿ 2026 ਦੀ ਟੈਕਸ ਜਿਹੜੀ ਬ੍ਰੈਕਟਸ ਆ ਉਹ ਕਿਵੇਂ ਕੰਮ ਕਰਨਗੇ, ਤੇ ਜਿਹੜੇ ਕੱਟ ਆਫਸ ਨੇ ਉਹ ਥੋੜ੍ਹੇ ਜਿਹੇ ਉੱਪਰ ਨੂੰ ਹੁਣ ਮੂਵ ਕਰ ਗਏ ਨੇ। ਤੇ ਪਹਿਲੀ ਬ੍ਰੈਕਟ ਜਿਹੜੀ ਆ ਉਹ ਹੁਣ 58,500 ਤੇ ਚਲੀ ਗਈ ਹੈ ਕਿ ਇਸ ਤੋਂ ਉੱਪਰ ਚਲੀ ਗਈ ਹੈ? ਬਿਲਕੁਲ ਜੀ। ਸੋ ਆਪਾਂ ਇਹੀ ਗੱਲ ਕਰਦੇ ਸੀ ਨਾ ਕਿ ਸੋ ਪਹਿਲਾਂ ਕੀ ਹੁੰਦਾ ਸੀਗਾ, ਗਵਰਨਮੈਂਟ ਨੇ ਨਾ ਇੱਕ ਫਿਕਸ ਅਮਾਊਂਟ ਕੀਤਾ ਹੋਇਆ ਸੀਗਾ। ਹਾਂਜੀ, 10,000 ਤੱਕ ਕੋਈ ਟੈਕਸ ਨਹੀਂ ਹੈ ਜੀ, 12,000 ਰਾਊਂਡ ਨੰਬਰ ਦਾ ਹੁੰਦਾ ਸੀ ਨਾ। ਇਹ ਕੁਝ ਸਾਲਾਂ ਪਹਿਲਾਂ ਇਸ ਨੰਬਰ ਨੂੰ ਇਨਫਲੇਸ਼ਨ ਦੇ ਨਾਲ ਅਟੈਚ ਕਰਤਾ। ਉਹ ਕਹਿੰਦੇ ਜੀ ਤੁਸੀਂ ਤਾਂ ਮੈਨੂੰ ਕਹਿੰਦੇ ਹੋ ਜੀ ਕਿ 10,000 ਤੱਕ ਕੋਈ ਟੈਕਸ ਨਹੀਂ ਬਚਣਾ, ਤੇ ਹੁਣ ਮੇਰੀ ਇਨਕਮ ਵੱਧ ਗਈ ਹੈ ਪਰ ਮੇਰੇ ਖਰਚੇ ਵੀ ਤਾਂ ਵੱਧਦੇ ਨੇ, ਮਹਿੰਗਾਈ ਦੇਖੋ ਕਿੰਨੀ ਵੱਧਦੀ ਪਈ ਹੈਗੀ ਹੈ। ਸੋ ਮੈਨੂੰ ਤੁਸੀਂ ਟੈਕਸ, ਮੈਨੂੰ ਇੱਧਰੋਂ ਮੈਨੂੰ ਮਹਿੰਗਾਈ ਮਾਰਦੀ ਵੀ ਹੈ, ਉੱਧਰੋਂ ਤੁਸੀਂ ਟੈਕਸ ਮਾਰਦਾ ਪਿਆ ਹੈਗਾ ਵਾ। ਅਤੇ ਤੁਸੀਂ ਜਿਹੜੀ ਆ ਰੇਟ ਹੈਗੀ ਨਾ, ਇਹਨਾਂ ਨੂੰ ਇਨਫਲੇਸ਼ਨ ਦੇ ਨਾਲ ਕਰੋ ਜੀ। ਇਹੀ ਜਿੱਦਾਂ ਹੁਣ 58,000 ਨੰਬਰ ਦੀ ਆਪਾਂ ਗੱਲ ਕਰਦੇ ਹਾਂ, ਇਹ ਨੰਬਰ ਕਿਤੇ 45,000 ਹੁੰਦਾ ਸੀਗਾ ਇੱਕ ਟਾਈਮ ਦੇ ਉੱਤੇ। ਅੱਛਾ ਜੀ। ਉਹ 45,000 ਚੇਂਜ ਨਹੀਂ ਹੁੰਦਾ ਸੀਗਾ। ਹੁਣ ਹਰ ਸਾਲ ਮੇਰੀ ਤਨਖਾਹ ਵੱਧਦੀ ਹੈ ਅਤੇ ਮੇਰਾ ਟੈਕਸ ਵੀ ਵੱਧ ਜਾਣਾ ਵਾ, ਕਿਉਂਕਿ 45,000 ਤੋਂ ਬਾਅਦ ਟੈਕਸ ਜ਼ਿਆਦਾ ਲੱਗਦਾ ਹੁੰਦਾ ਸੀਗਾ। ਸੋ ਗਵਰਨਮੈਂਟ ਨੇ ਉਹਨੂੰ ਫਿਰ ਕਰਨ ਵਾਸਤੇ ਇਨਫਲੇਸ਼ਨ ਬੇਸਡ ਕਰ ਦਿੱਤਾ। ਸਾਰੇ ਬੈਨੀਫਿਟ ਹੋ ਗਏ ਨੇ। ਆਪਾਂ ਜੇ ਇਨਕਮ ਟੈਕਸ ਦੀ ਗੱਲ ਕਰਦੇ ਹਾਂ, ਅਲਬਰਟਾ ਦੀ ਗੱਲ ਕਰਦੇ ਹਾਂ, ਓਲਡ ਏਜ ਦੀ ਗੱਲ ਕਰਦੇ ਹਾਂ, ਪੈਨਸ਼ਨ, ਇਹ ਸਾਰੇ ਇੰਡੈਕਸਡ ਬੇਸ ਨੇ। ਸੋ ਇੰਡੈਕਸ ਬੇਸ ਮਤਲਬ ਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ 15,000 ਕੁਛ ਨੰਬਰ ਜਿਹੜਾ ਸੀਗਾ ਪਿਛਲੇ ਸਾਲ ਸੀਗਾ, ਉਹ ਨੰਬਰ ਹੁਣ 16,000 ਹੋ ਗਿਆ। ਸੋ ਉਹ ਅਗਰ ਸਪੋਜ਼ ਉਹ 16,000 ਨਾ ਕਰਦੇ ਤਾਂ 15,000 ਤੋਂ ਬਾਅਦ ਟੈਕਸ ਲੱਗਣਾ ਸ਼ੁਰੂ ਹੋ ਜਾਣਾ ਸੀ ਮੈਨੂੰ, ਫਿਰ ਜ਼ਿਆਦਾ ਇਨਕਮ ਮੇਰੀ ਵੱਧ ਵੀ ਗਈ ਹੈ। ਸੋ ਵਾਪਸ ਆਪਾਂ ਆਉਂਦੇ ਹਾਂ ਕਿ ਹਾਂਜੀ ਇਹਦਾ ਟੈਕਸ ਆਪਣਾ ਕਿੱਦਾਂ ਕੈਲਕੂਲੇਟ ਹੁੰਦਾ ਕੈਨੇਡਾ ਵਿੱਚ ਨਾ। ਕੈਨੇਡਾ ਦੇ ਵਿੱਚ ਨਾ ਇਹ ਥ੍ਰੈਸ਼ ਹੋਲਡ ਸਿਸਟਮ ਕਹਿੰਦੇ ਆ ਕਿ ਇੱਕ ਬ੍ਰੈਕਟ ਨੇ, ਡਿਫਰੈਂਟ ਬ੍ਰੈਕਟ ਨੇ ਜਿੱਥੇ ਟੈਕਸ ਦਾ ਬਦਲਦਾ। ਸੋ ਜ਼ਬਾਨੀ ਸਿੰਪਲ ਵਰਡਸ ਦੇ ਵਿੱਚ ਪਹਿਲੇ 16,000 ਤੱਕ ਜ਼ੀਰੋ ਟੈਕਸ, ਠੀਕ ਹੈ ਜੀ। 16,000 ਤੋਂ ਲੈ ਕੇ 58,000 ਕੁਛ ਨੰਬਰ ਤੱਕ ਜੇ ਤੁਹਾਡੀ ਸਪੋਜ਼ ਇਨਕਮ ਹੁੰਦੀ ਹੈ, ਤੁਹਾਨੂੰ ਪੈਂਦਾ ਟੈਕਸ 14%। ਆਪਾਂ 14 ਤੇ ਗੱਲ ਕਰਾਂਗੇ, 26 ਦੀ ਗੱਲ ਕਰਾਂਗੇ, ਠੀਕ ਹੈ ਜੀ। 58,000 ਤੋਂ ਲੈ ਕੇ 1,17,000 ਰਫਲੀ ਨੰਬਰ ਜਿਹੜਾ ਹੈਗਾ ਵੈ, ਉਹਦੇ ਵਿਚਕਾਰ ਤੁਹਾਡੀ ਜੋ ਵੀ ਡਾਲਰ ਬਣਦਾ ਵੈ, ਤੁਹਾਡੀ ਇਨਕਮ ਟੈਕਸ ਹੋ ਗਿਆ ਜੀ 20.5%, 20.5%। ਸੋ ਮਤਲਬ ਜਿਹੜਾ 15 ਸੀਗਾ, ਹੁਣ ਸਪੋਜ਼ ਕਰੋ ਕਿ ਤੁਸੀਂ 58,000 ਇਨਕਮ ਹੈ ਅਤੇ 59,000 ਹੋ ਗਈ ਜੀ। 1,000 ਇਨਕਮ ਉੱਪਰ ਹੋ ਗਈ, ਹਾਂਜੀ, 1,000 ਤੇ $205 ਟੈਕਸ ਪੈਣਾ ਹੈਗਾ ਵੈ। ਓਕੇ, ਠੀਕ ਹੈ। ਇਹੀ ਤੁਸੀਂ 57,000 ਕਰ ਲਵੋ, ਤੁਹਾਡੀ 1,000 ਘੱਟ ਸੀਗੀ, ਤੁਹਾਨੂੰ 150 ਪੈਂਦਾ ਹੈ। ਅੱਛਾ। ਸੋ ਮੋਮੈਂਟ ਤੁਸੀਂ 58,000 ਕ੍ਰੋਸ ਕੀਤੇ, ਤੁਹਾਨੂੰ 5.5% ਟੈਕਸ ਫਾਲਤੂ ਪੈਣਾ ਵੱਧ ਜਾਣਾ, ਠੀਕ ਹੈ ਜੀ। ਇਹ ਹੁਣ ਹੋ ਗਿਆ ਜੀ 1,17,000 ਹੁਣ ਹੋ ਗਿਆ। ਹੁਣ ਇੱਕ ਸਾਲ ਤੋਂ ਉੱਪਰ ਹੋਰ ਚੱਲ ਜਾਂਦੇ ਹਾਂ ਆਪਾਂ, ਠੀਕ ਹੈ ਨਾ, ਉੱਥੇ 26% ਹੋ ਗਿਆ ਹੁਣ। ਓਕੇ, ਸੋ 5.5% ਹੋਰ ਵੱਧ ਗਿਆ ਜੀ, ਠੀਕ ਹੈ ਜੀ। ਹੁਣ 26 ਤੋਂ ਉੱਪਰ ਜਾਂਦੇ ਹੋ, ਚੱਲੀ ਚਲੋ, ਆਪਣਾ ਟੌਪ ਦਾ ਰੇਟ ਹੈ ਉਹ 33% ਹੈ। ਅੱਛਾ, ਹਰ ਡਾਲਰ ਦੇ ਉੱਤੇ 33 ਪੈਸੇ ਸਰਕਾਰ ਨੂੰ ਜਾਣੇ ਨੇ। ਓਕੇ, ਠੀਕ ਹੈ। ਹੁਣ ਇਹ ਜਿਹੜੇ ਆਪਾਂ ਨੰਬਰ ਗੱਲ ਕਰਦੇ ਹਾਂ, ਆਪਾਂ ਜਿਹੜੇ ਨੰਬਰ ਦੇਣੇ ਪਏ ਹੈਗੇ ਆ, ਇਹ ਨੰਬਰ ਅਸੀਂ ਫੈਡਰਲ ਦੀ ਗੱਲ ਕਰਦੇ ਪਏ ਹੈਗੇ ਆ। ਇਹ ਫੈਡਰਲ ਆ ਸਾਰਾ, ਹਾਲੇ ਅਲਬਰਟਾ ਇਹਦੇ ਨਾਲ ਹੋ ਰਿਹਾ ਮੈਂ। ਓਕੇ, ਠੀਕ ਹੈ। ਅਲਬਰਟਾ ਦੀਆਂ ਆਪਣੀਆਂ ਰੇਟ ਹੈਗੀਆਂ ਮੈਂ ਜੀ, 10%, 11%, 12%, 13%। ਹੁਣ ਸਾਨੂੰ ਉਹ ਵੀ ਦੱਸੋ ਫਿਰ ਅਲਬਰਟਾ ਕੀ ਦੇ ਰਿਹਾ। ਸੋ
ਅਗਰ ਟੌਪ ਰੇਟ ਤੇ ਆਉਂਦੇ ਹੋ ਤੁਸੀਂ, ਹਾਂਜੀ, ਤੁਸੀਂ 47% ਟੈਕਸ ਪੇ ਕਰਦੇ ਹੋ। ਮਤਲਬ ਦੋਨੇ ਰਲਾ ਕੇ। ਸੋ ਰਫਲੀ ਤੁਸੀਂ ਕਹਿ ਲਓ ਕਿ ਮੈਨੂੰ ਹੁਣ ਐਗਜ਼ੈਕਟ ਨੰਬਰ ਨਹੀਂ ਪਤਾ, 2.5 ਲੱਖ ਤੋਂ ਉੱਪਰ ਕਰ ਲਓ, 2.5 ਲੱਖ 2 ਲੱਖ 60 70। ਅਗਰ ਤੁਸੀਂ ਸਪੋਜ਼ ਕਰੋ ਕਿ 2.5 ਲੱਖ ਜਾਂ 2 ਲੱਖ 60 ਤੋਂ 70 ਤੋਂ ਉੱਪਰ ਕਮਾਇਆ ਹੈ, ਜਾਂ 3 ਲੱਖ ਤੋਂ 3 ਲੱਖ ਕਰ ਲੈਂਦੇ ਉੱਪਰ ਚੱਲ ਜਾਂਦੇ ਆਪਾਂ, 3 ਲੱਖ ਤੋਂ ਉੱਪਰ ਸਪੋਜ਼ ਮੇਰੇ $10,000 ਮੈਂ ਕਮਾਇਆ ਹੈ ਜੀ, ਤੇ $4700 ਸਰਕਾਰ ਨੂੰ ਜਾਏਗਾ। ਓਕੇ, 5300 ਮਿਲੇਗਾ। ਜੀ 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 ਜੀ। ਸੋ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੀ ਬ੍ਰੈਕਟ ਦੇ ਵਿੱਚ ਆਉਂਦੇ ਹੋ, ਤਾਂ ਉਸ ਹਿਸਾਬ ਨਾਲ ਉਨੇ ਪੈਸੇ ਸਰਕਾਰ ਨੂੰ ਟੈਕਸ ਜਾਂਦੇ ਨੇ। ਅੱਛਾ, ਹੁਣ ਜਦੋਂ ਅਸੀਂ ਫੈਮਿਲੀ ਇਨਕਮ ਦੀ ਗੱਲ ਕਰਦੇ ਹਾਂ ਤਾਂ ਮੇਰੀ ਤੇ ਮੇਰੀ ਪਤਨੀ ਦੀ ਦੋਨਾਂ ਦੀ ਇਨਕਮ ਦੇਖੀ ਜਾਏਗੀ ਕਿ ਮੈਨੂੰ ਮੇਰੇ ਟੈਕਸ ਨਾਲ ਦੇਖਿਆ ਜਾਏਗਾ? ਸਾਡੇ ਕੈਨੇਡਾ ਦੇ ਵਿੱਚ ਟੈਕਸ ਵੱਖਰੇ ਫਾਈਲ ਹੁੰਦੀਆਂ, ਮਤਲਬ ਹਸਬੈਂਡ ਐਂਡ ਵਾਈਫ ਆਰ ਇੰਡੀਵਿਜੂਅਲਸ, ਸੈਪਰੇਟ ਐਂਟੀਟੀ ਫਾਈਲਿੰਗਸ ਵਾਸਤੇ ਨਾ, ਕੋਈ ਉਹਨਾਂ ਦਾ ਹੈ ਨਹੀਂ ਹੈ। ਸੋ ਸਪੋਜ਼ ਕਰੋ ਕਿ ਜੇ ਮੈਂ $1 ਲੱਖ ਕਮਾ ਰਿਹਾ ਵਾਂ ਇਕੱਲਾ ਜੀ, ਮੇਰੀ ਤੁਸੀਂ ਹੁਣ ਵਾਪਸ ਆਉਣਾ 58,000 ਤੇ 58,000 ਤੋਂ ਲੈ ਕੇ 1 ਲੱਖ ਦੇ ਵਿਚਕਾਰ ਮੈਨੂੰ ਟੈਕਸ ਕਿੰਨਾ ਪਏਗਾ ਜੀ? 20% ਪਲੱਸ 10% ਅਲਬਰਟਾ ਦਾ 30% ਜੀ, ਜੇ ਮੈਂ ਇਕੱਲਾ ਕਮਾ ਰਿਹਾ 1 ਲੱਖ। ਬਿਲਕੁਲ ਠੀਕ। ਤੁਸੀਂ 1 ਲੱਖ ਨੂੰ ਕਰ ਦਿਓ ਕਿ ਹਸਬੈਂਡ ਵਾਈਫ 50,000 ਕਮਾਉਂਦੇ ਪਏ ਨੇ, ਹਾਂਜੀ, ਫਿਰ ਸਾਡੇ 20 ਨਹੀਂ ਨਾ ਹੋਇਆ, ਓਕੇ, ਪਿੱਛੇ ਆ ਗਿਆ, ਪਿੱਛੇ ਹੋ ਜਾਵੇ। ਯੈਸ, ਇਹ ਇਸ ਤਰ੍ਹਾਂ ਚੱਲਦਾ ਜੀ। ਤੇ ਹੁਣ ਜਿਹੜਾ ਅਲਬਰਟਾ ਨੇ ਜਿਹੜੀ ਛੋਟ ਦਿੱਤੀ ਸੀ, ਸਾਡੀ ਪ੍ਰੋਵਿੰਸ ਦੀ ਸਰਕਾਰ ਨੇ ਦਿੱਤੀ ਸੀ ਛੋਟ, ਉਹਦਾ ਬੈਨੀਫਿਟ ਹੋ ਰਿਹਾ ਜੀ? ਮੈਨੂੰ ਐਗਜ਼ੈਕਟ ਕਿਹੜੀ ਜੀ ਸਪੈਸੀਫਿਕ ਕਿਹੜੀ ਛੋਟ ਸੀਗੀ ਜੀ? ਉਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਜਿਹੜਾ ਟੈਕਸ ਘਟਾ ਰਹੇ ਹਾਂ, ਰੇਟ ਘਟਾ ਰਹੇ ਹਾਂ, ਥ੍ਰੈਸ਼ਹੋਲਡ ਵਧਾ ਰਹੇ ਹਾਂ। ਹਾਂਜੀ ਹਾਂਜੀ। ਸੋ ਮੈਂ ਉਹ ਕਿਹਾ ਜੀ, ਉਹ ਬੈਨੀਫਿਟ ਓਵਰਆਲ ਸਾਰਿਆਂ ਨੂੰ ਹੀ ਹੈ ਜੀ, ਉਹ ਕੋਈ ਸਪੈਸੀਫਿਕ ਗਰੁੱਪ ਨਹੀਂ ਹੈ। ਬਿਲਕੁਲ ਠੀਕ ਹੈ ਜੀ, ਰਾਈਟ ਜੀ। ਤੇ ਇੱਕ ਹੋਰ ਵੱਡਾ ਇਸ਼ੂ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਇਆ, ਜਿਸ ਦੀ ਅੱਜ ਚਰਚਾ ਕਾਫੀ ਹੋਈ ਹੈ। ਵੈਨਕੂਵਰ ਰੈਡ FM ਸਟੇਸ਼ਨ ਤੋਂ ਵੀ ਅੱਜ ਸੁਰੇਸ਼ ਮਦਾਨ ਜੀ ਥੋੜ੍ਹੀ ਦੇਰ ਪਹਿਲਾਂ ਉੱਥੇ ਵੀ ਗੱਲਬਾਤ ਕਰ ਰਹੇ ਸਨ। ਸੀਨੀਅਰਸ ਵਾਸਤੇ ਇੱਕ ਵੱਡੀ ਚੇਂਜ ਸਾਡੀ ਸਰਕਾਰ ਨੇ ਲਾਗੂ ਕੀਤੀ ਹੈ। ਕਾਫੀ ਪੁਰਾਣਾ ਕਾਨੂੰਨ ਬਣਿਆ ਹੋਇਆ ਸੀ, ਜਿਸ ਨੂੰ ਲਾਗੂ ਹੁਣ ਕੀਤਾ ਗਿਆ ਹੈ। ਇਸ ਦੇ ਬਾਰੇ ਵਿੱਚ ਗੱਲ ਕਰਾਂਗੇ। ਇਹਦੇ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਉੱਤੇ ਇਸ ਦਾ ਅਸਰ ਪੈਣਾ ਹੈ, ਪਰ ਉਸ ਤੋਂ ਪਹਿਲਾਂ ਕੁਝ ਸਵਾਲ ਜਿਹੜੇ ਨੇ ਟੈਕਸ ਨਾਲ ਰਿਲੇਟਡ ਉਹ ਮੈਂ ਪੁੱਛਣਾ ਚਾਹੁੰਦਾ। ਮਦਾਨ ਸਾਹਿਬ, ਇੱਕ ਕੁਐਸਚਨ ਆਇਆ ਸਾਡੇ ਕੋਲ ਕਿ ਇਹ ਕਹਿੰਦੇ ਕਿ ਅਸੀਂ ਇੰਡੀਆ ਚਲੇ ਜਾਣਾ ਹੈ ਤੇ 18 ਮਈ ਨੂੰ ਅਸੀਂ ਵਾਪਸ ਆਉਣਾ ਹੈ। ਕੀ ਆ ਕੇ ਟੈਕਸ ਭਰਿਆ ਜਾ ਸਕਦਾ ਹੈ? ਅਸੀਂ ਲੋ ਇਨਕਮ ਵਿੱਚ ਆਉਂਦੇ ਹਾਂ। ਸੋ ਟੈਕਸ ਰਿਟਰਨ ਦੀ ਜਿਹੜੀ ਡੇਟ ਹੈਗੀ ਹੈ ਜੀ, ਡਿਪੈਂਡਿੰਗ ਕਰਦੇ ਕਿ ਉਹਨਾਂ ਦੀ ਇਨਕਮ ਕਿਹੜੀ ਹੈਗੀ ਹੈ। ਸੋ ਜੇ ਤਾਂ ਉਹਨਾਂ ਦੀ ਇਨਕਮ ਸੈਲਰੀ ਵਰਗੀ ਹੈ, ਜਾਂ ਇੰਡੀਵਿਜੂਅਲ ਸੀਨੀਅਰ ਹੈਗੇ ਨੇ, ਜਾਂ ਕੁਛ ਹੈਗੇ ਨੇ, ਜਾਂ ਕੋਈ ਹੋਰ ਲੋ ਇਨਕਮ ਹੈਗੇ ਨੇ, ਤੇ 30 ਅਪ੍ਰੈਲ ਹੈ। 30 ਅਪ੍ਰੈਲ ਤੱਕ ਤੁਹਾਨੂੰ ਰਿਟਰਨ ਭਰਨੀ ਜ਼ਰੂਰੀ ਹੈ ਜੀ, ਠੀਕ ਹੈ। ਅਗਰ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਤਾਂ ਡੇਟ ਜੂਨ 15 ਹੁੰਦੀ ਹੈਗੀ ਹੈ। 15 ਜੂਨ ਤੱਕ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ ਹੈਗੀ। ਸੋ 30 ਅਪ੍ਰੈਲ ਜਾਂ 15 ਜੂਨ ਤੋਂ ਬਾਅਦ ਤੁਸੀਂ ਰਿਟਰਨ ਫਾਈਲ ਕਰਦੇ ਹੋ ਤਾਂ ਤੁਹਾਨੂੰ ਪੈਨਲਟੀ ਪੈਂਦੀ ਹੈ ਉਸ ਚੀਜ਼ ਦੀ। ਨਾਓ ਇਹ ਡਿਪੈਂਡ ਕਰਦਾ ਕਿ ਤੁਹਾਡਾ ਕੋਈ ਟੈਕਸ ਹੈਗਾ ਕਿ ਨਹੀਂ ਹੈਗਾ। ਜੇ ਤੁਸੀਂ ਟੈਕਸ ਨਹੀਂ ਪੇ ਕਰਦੇ ਹੈਗੇ, ਜਿੱਦਾਂ ਉਹਨਾਂ ਨੇ ਲੋ ਇਨਕਮ ਕਿਹਾ ਵਾ, ਹੁਣ ਮੈਨੂੰ ਨੰਬਰ ਨਹੀਂ ਪਤਾ ਲੋ ਇਨਕਮ ਦਾ ਨੰਬਰ ਕੀ ਹੈ, ਤਾਂ ਸ਼ਾਇਦ ਉਹਨਾਂ ਦਾ ਕੋਈ ਟੈਕਸ ਵੀ ਨਹੀਂ ਹੋਏਗਾ ਤੇ ਸ਼ਾਇਦ ਪੈਨਲਟੀ ਵੀ ਨਹੀਂ ਹੋਏਗੀ। ਸੋ ਉਹ ਰਿਟਰਨ 17 ਮਈ ਨੂੰ ਭਰ ਸਕਦੇ ਨੇ ਆ ਕੇ, ਦੈਟਸ ਨਾਟ ਅ ਪ੍ਰੋਬਲਮ, ਕਰ ਸਕਦੇ ਹੈਗੇ ਨੇ। ਸੋ ਜੇ ਤੁਸੀਂ ਟੈਕਸ ਨਹੀਂ ਪੇ ਕਰਨਾ ਤੇ ਫਿਰ ਤੁਸੀਂ 18 ਮਈ ਤੋਂ ਬਾਅਦ ਵੀ ਆ ਕੇ ਭਰ ਸਕਦੇ ਹੋ। ਰਿਟਰਨ ਸਟਿਲ ਲੇਟ ਕਾਊਂਟ ਹੋਏਗੀ, ਮਤਲਬ ਅਗਰ ਤੁਸੀਂ ਕਾਊਂਟਿੰਗ ਕਰਦੇ ਹੋ, ਕੋਈ ਉੱਥੇ ਫਲੈਗ ਲੱਗਦਾ ਹਾਂਜੀ ਰਿਟਰਨ ਕਿ ਲੇਟ ਫਾਈਲ ਕੀਤੀ ਗਈ ਹੈ, ਯੈਸ ਤੁਹਾਡੀ ਪੈਨਲਟੀ ਸ਼ਾਇਦ ਨਹੀਂ ਹੋਏਗੀ। ਲੇਕਿਨ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਜਿਹੜੀ ਇਹਦੇ ਨਾਲ ਹੈਗੀ ਹੈ, ਉਹ ਇਹ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਨਾ ਕੁਝ ਬੈਨੀਫਿਟ ਲੈਣ ਵਾਸਤੇ, ਜਿੱਦਾਂ ਆਪਣਾ ਚਾਈਲਡ ਬੈਨੀਫਿਟ ਹੋ ਗਿਆ, ਕੈਨੇਡਾ ਚਾਈਲਡ ਬੈਨੀਫਿਟ ਹੋ ਗਿਆ, ਜਾਂ ਆਪਣਾ ਸਪੋਜ਼ ਕਰੀਏ ਪੈਨਸ਼ਨਸ ਹੈਗੀਆਂ ਮੈਂ, ਉਹਨਾਂ ਵਾਸਤੇ ਨਾ ਰਿਟਰਨ ਟਾਈਮ ਦੇ ਉੱਤੇ ਫਾਈਲ ਕਰਨੀ ਬੜੀ ਜ਼ਰੂਰੀ ਹੈ। ਅਗਰ ਤੁਸੀਂ ਉਸ ਚੀਜ਼ ਨੂੰ ਟਾਈਮ 'ਤੇ ਫਾਈਲ ਨਹੀਂ ਕਰਦੇ ਤਾਂ ਤੁਹਾਡੇ ਬੈਨੀਫਿਟ ਰੁਕ ਜਾਂਦੇ ਨੇ। ਓਕੇ, ਸੋ ਜਿੱਦਾਂ ਹੁਣ ਏਸ਼ ਹੋ ਗਿਆ, ਏਸ਼ ਆਪਣੀ ਅਲਬਰਟਾ ਵਾਲੇ ਦੀ ਹੈਗੀ ਹੈ, ਆਪਣਾ ਕੈਨੇਡਾ ਚਾਈਲਡ ਬੈਨੀਫਿਟ ਆਪਣਾ ਜਿਹੜਾ ਫੈਡਰਲ ਦਾ ਮਿਲਦਾ ਵੈ, ਜਾਂ ਫਿਰ ਆਪਣੀ ਓਲਡ ਸਿਕਿਉਰਿਟੀ ਪੈਨਸ਼ਨ ਜਿਹੜੀ ਜੁਲਾਈ ਦੇ ਵਿੱਚ ਚੇਂਜ ਹੁੰਦੀ ਹੈ। ਹੁਣ ਅਗਰ ਤੁਸੀਂ ਉਹ ਟਾਈਮ 'ਤੇ ਰਿਟਰਨ ਫਾਈਲ ਨਹੀਂ ਕੀਤੀ ਹੈ ਤਾਂ ਉਹ ਬੈਨੀਫਿਟ ਲੇਟ ਹੋ ਜਾਂਦੇ ਨੇ। ਮੈਂ ਨਹੀਂ ਕਹਿੰਦਾ ਬੰਦ ਹੋ ਜਾਂਦੇ ਨੇ, ਲੇਟ ਹੋ ਜਾਂਦੇ ਹੈਗੇ ਨੇ। ਸੋ ਕਈ ਲੋਕ ਉਸ ਚੀਜ਼ 'ਤੇ ਡਿਪੈਂਡ ਕਰਦੇ ਨੇ। ਸੋ 1 ਮਹੀਨਾ ਪੈਸੇ ਨਹੀਂ ਆਏ ਜਾਂ ਲੇਟ ਹੋ ਗਏ ਤਾਂ ਸ਼ਾਇਦ ਮੁਸ਼ਕਿਲ ਹੋ ਸਕਦੀ ਹੈ। ਸੋ ਇਸ ਲਈ ਜੇ ਮੇਰੀ ਸਲਾਹ ਹੋਏ ਤਾਂ ਪਲੀਜ਼ ਕੋਸ਼ਿਸ਼ ਕਰੋ ਕਿ 30 ਅਪ੍ਰੈਲ ਤੋਂ ਪਹਿਲਾਂ ਰਿਟਰਨ ਭਰ ਦਿਓ। ਬਿਲਕੁਲ ਠੀਕ ਹੈ ਜੀ। ਤੇ ਇੱਕ ਕੁਐਸਚਨ ਜੀ ਮਨਵੀਰ ਜੀ ਦਾ ਕੁਐਸਚਨ ਹੈ ਕਿ ਜਦੋਂ ਤੁਹਾਡੀ ਮੈਨੂੰ ਥੋੜ੍ਹੇ ਪੜ੍ਹਨ 'ਚ ਦਿੱਕਤ ਆ ਰਹੀ ਹੈ, ਐਨੀਵੇਜ਼
even when your health is little down, as per conversation between you and the host, our taxes have gone down, not up as stated by some political groups. Is there any tax that has gone up? ਕੋਈ ਟੈਕਸ ਵਧਿਆ ਤਾਂ ਨਹੀਂ ਹੈ ਜੀ? ਇਨਕਮ ਟੈਕਸ ਦੀ ਮੇਰੇ ਖਿਆਲ ਗੱਲ ਕਰਦੇ ਪਏ ਜੀ ਸਪੈਸੀਫਿਕਲੀ। ਹਾਂਜੀ, ਐਜ਼ ਆਫ ਨਾਓ ਜੀ ਮੈਨੂੰ ਕੋਈ ਇਹਦੀ ਨੌਲੇਜ ਨਹੀਂ ਹੈ ਕੋਈ ਇਨਕਮ ਟੈਕਸ ਵਧਿਆ ਹੋਵੇ। ਯੈਸ, ਮਤਲਬ ਕੁਝ ਬੈਨੀਫਿਟ ਘੱਟ ਜਾਂਦੇ ਹੈਗੇ ਨੇ ਜਾਂ ਕੁਝ ਹੋ ਸਕਦਾ ਹੈ, ਪਰ ਡਿਪੈਂਡਿੰਗ ਕਰਦਾ ਕਿ ਕਿਹੜੀ ਗੱਲ ਦੀ ਉਹ ਕਰ ਸਕਦੇ ਕਿ ਹਾਂਜੀ ਪਹਿਲਾਂ ਮੈਨੂੰ ਬੈਨੀਫਿਟ ਇੰਨਾ ਮਿਲਦਾ ਸੀ ਹੁਣ ਘੱਟ ਮਿਲਦਾ ਵੈ ਤਾਂ ਉਹਦਾ ਕੋਈ ਫਰਕ ਪਿਆ ਵੈ, ਪੋਸੀਬਲ ਹੋ ਸਕਦਾ, ਲੇਕਿਨ ਸਪੈਸੀਫਿਕ ਗੱਲ ਕਰਨ ਤਾਂ ਹੋ ਸਕਦਾ। ਹਾਂ, ਜੇ ਤੁਹਾਡੇ ਕੋਲ ਕੋਈ ਸਪੈਸੀਫਿਕ ਹੋਵੇ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਜੀ। ਤੇ ਇੱਕ ਕੁਐਸਚਨ ਆਇਆ ਜੀ, ਜਗਦੀਪ ਜੀ ਦਾ ਕੁਐਸਚਨ ਹੈ ਕਿ ਜੇ ਵਾਈਫ ਦੀ ਜ਼ੀਰੋ ਇਨਕਮ ਹੋਵੇ, ਹਸਬੈਂਡ ਦੀ $1,20,000 ਹੋਵੇ, ਫਿਰ ਟੈਕਸ ਕਿਵੇਂ ਕੈਲਕੂਲੇਟ ਕੀਤਾ ਜਾਂਦਾ ਹੈ? ਟੈਕਸ ਦੀ ਕੈਲਕੂਲੇਸ਼ਨ ਜਿਹੜੀ ਮੈਂ ਜਦੋਂ ਪਹਿਲਾਂ ਗੱਲ ਕੀਤੀ ਇਹ ਇੰਡੀਵਿਜੂਅਲੀ ਸੇਮ ਹੀ ਹੈ ਜੀ। ਤੁਹਾਨੂੰ ਟੈਕਸ ਜਿਹੜਾ ਹੈਗਾ 1,20,000 ਤੇ ਹੀ ਕੈਲਕੂਲੇਟ ਹੋਣਾ ਵੈ। ਆਪਾਂ ਇੱਕ ਜਿਹੜੀ ਹੋਰ ਇੱਕ ਸਾਈਡ 'ਤੇ ਪਾਰਟ ਆਉਂਦਾ ਉਹਨੂੰ ਕਹਿੰਦੇ ਜੀ ਰਿਫੰਡੇਬਲ ਜਾਂ ਨੋਨ ਰਿਫੰਡੇਬਲ ਟੈਕਸ ਕ੍ਰੈਡਿਟਸ। ਅੱਛਾ ਜੀ, ਓਕੇ ਜੀ। ਜਦੋਂ ਮੈਂ ਤੁਹਾਨੂੰ ਬੇਸਿਕ ਪਰਸਨਲ ਅਮਾਊਂਟ ਦੀ ਗੱਲ ਕੀਤੀ ਕਿ $16,000 ਕੁਛ ਹੈਗਾ ਵੈ, ਤੁਹਾਨੂੰ ਇਹ ਤਾਂ ਟੈਕਸ ਨਹੀਂ ਪੈਂਦਾ। ਹੁਣ ਸਪੋਜ਼ਲੀ ਕਿ ਤੁਹਾਡੇ ਵਾਈਫ ਕੰਮ ਨਹੀਂ ਕਰਦੇ ਜਾਂ ਤੁਹਾਡੇ ਸਪਾਊਸ ਦੀ ਗੱਲ ਕਰਾਂਗਾ, ਵਾਈਫ ਜਾਂ ਹਸਬੈਂਡ ਦੋਨੋਂ ਹੋ ਸਕਦੇ ਹੈਗੇ ਨੇ, ਕੋਈ ਕੰਮ ਨਹੀਂ ਕਰਦੇ ਹੈਗੇ ਅਤੇ ਉਹਨਾਂ ਦੀ ਜ਼ੀਰੋ ਇਨਕਮ ਹੈਗੀ ਹੈ, ਤੁਹਾਡਾ ਜਿਹੜਾ ਬੇਸਿਕ 16,000 ਸੀਗਾ ਉਹਨੂੰ ਡਬਲ ਕਰ ਦਿਓ 32। ਸੋ ਮੈਂ ਤੁਹਾਡੀ ਇਨਕਮ ਤੁਹਾਡੀ ਸੇਮ 1,20,000 ਹੀ ਹੈ, ਪਰ ਤੁਹਾਨੂੰ 32,000 ਤੱਕ ਤੁਹਾਨੂੰ ਕੋਈ ਟੈਕਸ ਨਹੀਂ ਪਏਗਾ। ਓਕੇ, ਰਾਈਟ। ਸੋ ਇਹ ਕ੍ਰੈਡਿਟ ਵੱਧਦੇ ਨੇ ਇਸ ਪਾਸੇ ਨੂੰ, ਟੈਕਸ ਦੀ ਕੈਲਕੂਲੇਸ਼ਨ ਸੇਮ ਹੀ ਹੈ, ਰਾਈਟ। ਪਰ ਲੇਕਿਨ ਯੈਸ ਤੁਸੀਂ ਟੈਕਸ ਜੇ ਸਪੋਜ਼ ਕੋਈ ਇੰਡੀਵਿਜੂਅਲ ਹੈਗਾ ਵੈ ਜਿਹਦਾ ਹਸਬੈਂਡ ਵਾਈਫ ਕੰਮ ਕਰਦੇ ਨੇ ਤਾਂ ਉਹ 1,20,000 ਤੇ ਸਪੋਜ਼ 10,000 ਟੈਕਸ ਪੇ ਕਰਦੇ ਹੈ, ਤੁਸੀਂ ਘੱਟ ਪੇ ਕਰੋਗੇ। ਬਿਲਕੁਲ ਠੀਕ ਹੋ ਗਿਆ ਜੀ। ਇੱਕ ਹੋਰ ਕੁਐਸਚਨ ਆਇਆ ਜੀ ਕਿ ਉਹ ਕਹਿੰਦੇ ਕਿ ਮੈਂ ਕੋਈ ਨਵੀਂ ਕਾਰਪੋਰੇਸ਼ਨ ਇਸ ਸਾਲ 'ਚ ਚਾਲੂ ਕੀਤੀ ਪਰ ਕੋਈ ਸੇਲਸ ਉਸ ਦੇ ਰਾਹੀਂ ਅਜੇ ਤੱਕ ਨਹੀਂ ਹੋਈਆਂ, ਅਤੇ ਕੀ ਕੋਈ ਐਕਸਪੈਂਸਿਸ ਜਿਹੜੇ ਨੇ ਉਹ ਕਾਰਪੋਰੇਟ ਟੈਕਸ ਦੇ ਉੱਤੇ ਭੇਜਣੇ ਪੈਣਗੇ, ਦੇਣੇ ਪੈਣਗੇ? ਮੈਨੂੰ ਉਹਨਾਂ ਦਾ ਕੁਐਸਚਨ ਪੂਰੀ ਤਰ੍ਹਾਂ ਸਮਝ ਨਹੀਂ ਆਇਆ ਕਿ ਐਕਸਪੈਂਸਿਸ ਭੇਜਣੇ ਕਿੱਥੇ ਹੈਗੇ ਜੀ। ਉਹਨਾਂ ਦਾ ਐਕਸਪੈਂਸ ਤਾਂ ਤੁਸੀਂ ਆਪ ਕਰਦੇ ਹੋ ਨਾ, ਫਾਈਲ ਕਰਨੇ ਪੈਣਗੇ। ਮੈਂ ਕਿਹਾ ਰਿਟਰਨ ਫਾਈਲ ਕਰਨ ਦੀ ਗੱਲ, ਰਿਟਰਨ ਫਾਈਲ ਦੀ ਗੱਲ ਹੈ ਜੀ। ਸੋ ਕਾਰਪੋਰੇਟ ਟੈਕਸ ਰਿਟਰਨ ਫਾਈਲ ਕਰਨੀ ਜਿਹੜੀ ਜੀ ਹਰ ਸਾਲ ਜ਼ਰੂਰੀ ਹੈਗੀ ਹੈ ਜੀ, ਚਾਹੇ ਤੁਹਾਡੀ ਇਨਕਮ ਹੈਗੀ ਹੈ ਜਾਂ ਲਾਸ ਹੈਗੀ ਹੈ। ਆਫ ਕੋਰਸ ਆਪਾਂ ਰਿਕਮੈਂਡ ਕਰਦੇ ਹਾਂ, ਲੇਕਿਨ ਉਸ ਚੀਜ਼ ਲਈ ਪਹਿਲਾਂ ਤੁਸੀਂ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ ਕਿ ਐਕਸਪੈਂਸਿਸ ਉਹ ਤੁਸੀਂ ਕਲੇਮ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੈਗੇ ਹੋ। ਇਹ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੋਏਗਾ। ਆਈ ਥਿੰਕ ਰੇਡੀਓ ਦੇ ਉੱਤੇ ਉਹ ਨਹੀਂ ਕੀਤਾ ਜਾ ਸਕਦਾ। ਯੈਸ। ਅੱਛਾ, ਅਤੇ ਹੁਣ ਆਈਏ ਜੀ ਅਸੀਂ ਕਿ ਅਕਤੂਬਰ 1 2025 ਤੋਂ ਜਿਨ੍ਹਾਂ ਨੇ ਸਪੋਂਸਰਸ਼ਿਪ ਕੀਤੀ ਆਪਣੇ ਪੇਰੈਂਟਸ ਦੀ, ਉਹਨਾਂ ਦੀ ਪੈਨਸ਼ਨ ਨੂੰ ਲੈ ਕੇ ਕੋਈ ਇੱਕ ਮੇਜਰ ਡਿਸੀਜਨ ਆਇਆ ਜਿਹਦੀ ਤੁਸੀਂ ਅੱਜ ਚਰਚਾ ਕੀਤੀ ਵੀ ਹੈ ਰੈਡ FM ਵੈਨਕੂਵਰ 'ਤੇ। ਸਾਨੂੰ ਥੋੜ੍ਹਾ ਜਿਹਾ ਦੱਸੋ ਇਹ ਕੀ ਹੋਇਆ ਜੀ। ਸੋ ਆਪਾਂ ਬੈਕਗਰਾਊਂਡ 'ਤੇ ਚੱਲਦੇ ਹਾਂ ਜੀ। ਆਪਾਂ ਪਹਿਲਾਂ ਇਹਨੂੰ ਨਾ ਇਮੀਗ੍ਰੇਸ਼ਨ ਦੇ ਨਾਲ ਰਿਲੇਟ ਕਰਦੇ ਹੈਗੇ। ਜੀ। ਸੋ ਆਪਾਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੋਨਾਂ ਨੂੰ ਆਪਾਂ ਸਪੋਂਸਰ ਜਿਹੜਾ ਆਪਾਂ ਕੈਨੇਡਾ ਵਿੱਚ ਕਰ ਸਕਦੇ ਹੈਗੇ। ਸੋ ਮੈਂ ਇਮੀਗ੍ਰੇਸ਼ਨ ਐਕਸਪਰਟ ਤਾਂ ਨਹੀਂ ਹੈਗਾ, ਲੇਕਿਨ ਮੈਂ ਬੜੇ ਹਾਈ ਲੈਵਲ 'ਤੇ ਕਹਿਣਾ ਵਾ, ਅਗਰ ਆਪਾਂ ਨੂੰ ਜ਼ਬਾਨੀ ਯਾਦ ਹੋਵੇ ਕਿ ਜਦੋਂ ਸਾਨੂੰ ਵੀਜ਼ਾ ਲੱਗ ਗਿਆ, ਜਦੋਂ ਆਪਣਾ ਸਪੋਂਸਰਸ਼ਿਪ ਪਾਸ ਹੋ ਗਈ, ਤਾਂ ਉਹਨਾਂ ਨੇ ਇੱਕ ਐਗਰੀਮੈਂਟ ਸਾਈਨ ਕਰਨ ਵਾਸਤੇ ਕਿਹਾ ਸੀਗਾ ਜੀ। ਉਸ ਐਗਰੀਮੈਂਟ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਹਾਂਜੀ ਤੁਸੀਂ ਆਪਣੇ ਜਿਹੜੇ ਤੁਸੀਂ ਸਪੋਂਸਰ ਕੀਤਾ ਵੈ ਉਹਨਾਂ ਦਾ ਖਾਣਾ ਪੀਣਾ ਰਹਿਣਾ ਕੱਪੜੇ ਪਾਉਣ ਤੁਸੀਂ ਖਿਆਲ ਰੱਖੋਗੇ ਜੀ। ਠੀਕ ਹੈ। ਉਹਦੀ ਕਮਿਟਮੈਂਟ ਤੁਹਾਡੀ ਹੈਗੀ ਸੀ ਜੀ 10 ਸਾਲ ਦੀ। ਇਹਦੇ 10 ਸਾਲ ਤੱਕ ਉਹਨਾਂ ਦਾ ਤੁਸੀਂ ਕਮਿਟਮੈਂਟ ਕਰਨੀ ਹੈ ਕਿ ਤੁਸੀਂ ਉਹਨਾਂ ਦਾ ਖਿਆਲ ਰੱਖੋਗੇ, ਆਪਣੇ ਬਜ਼ੁਰਗਾਂ ਦਾ। ਜੇ ਉਹ 10 ਸਾਲ ਦੇ ਵਿਚਕਾਰ ਅਗਰ ਕਿਤੇ ਉਹ ਅਪਲਾਈ ਸੋਸ਼ਲ ਅਸਿਸਟੈਂਸ ਅਪਲਾਈ ਕਰਨ ਚਲੇ ਗਏ ਤਾਂ ਤੁਹਾਡੇ ਕੋਲ ਪੈਸੇ ਲੈਣੇ ਆਪਾਂ ਜੀ। ਠੀਕ ਹੈ ਜੀ, ਬਿਲਕੁਲ। ਇਹਦੀ ਜਿਹੜੀ ਡਿਟੇਲ ਰੂਲ ਹੈਗਾ ਵਾ ਉਹ ਇਮੀਗ੍ਰੇਸ਼ਨ ਐਕਸਪਰਟ ਹੀ ਦੱਸ ਸਕਦਾ, ਮੈਂ ਨਹੀਂ ਦੱਸ ਸਕਦਾ ਹੈਗਾ ਇਸ ਚੀਜ਼ ਨੂੰ। ਠੀਕ ਹੈ ਜੀ। ਸੰਨ 2014 ਦੇ ਵਿੱਚ ਜਦੋਂ ਆਪਣੇ ਕੋਲ ਕੰਜ਼ਰਵੇਟਿਵ ਗਵਰਨਮੈਂਟ ਸੀਗੀ ਜਾਂ ਹਾਰਪਰ ਗਵਰਨਮੈਂਟ ਸੀਗੀ, ਉਦੋਂ ਇੱਕ ਲਾਅ ਚੇਂਜ ਕੀਤਾ ਗਿਆ ਕਿ ਹਾਂਜੀ ਇਹ ਜਿਹੜਾ 10 ਸਾਲ ਸੀਗਾ ਇਹਨੂੰ 20 ਸਾਲ ਕਰਤਾ ਜਾਵੇ। ਇਮੀਗ੍ਰੇਸ਼ਨ ਦੀ ਗੱਲ ਕਰ ਰਿਹਾ ਮੈਂ ਹਾਲੇ ਇੱਧਰੋਂ ਨਹੀਂ ਗੱਲ ਕਰ ਰਿਹਾ ਜੀ। ਸੋ ਇਹ ਲਾਅ ਜਿਹੜਾ ਸੀਗਾ 2014 ਦੇ ਵਿੱਚ ਬਜ਼ੁਰਗਾਂ ਦੀ ਜਿਹੜੀ ਉਮਰ ਸੀਗੀ ਉਹ 65 ਸਾਲ ਤੋਂ 67 ਸਾਲ ਕੀਤੀ ਗਈ ਤੇ 10 ਸਾਲ ਨੂੰ 20 ਸਾਲ ਕੀਤਾ ਗਿਆ ਸਪੋਂਸਰਸ਼ਿਪ ਵਾਲਿਆਂ ਨੂੰ, ਜਿਹੜੇ ਸਪੋਂਸਰਸ਼ਿਪ ਵਾਲੇ ਹੈਗੇ ਨੇ। ਠੀਕ ਹੈ ਜੀ। 2016 ਦੇ ਵਿੱਚ ਲਿਬਰਲ ਗਵਰਨਮੈਂਟ ਆਈ ਤੇ ਉਹਨਾਂ ਨੇ ਜਿਹੜੀ ਉਹ 67 ਸਾਲ ਵਾਲੀ ਸੀਗੀ ਉਹਨੂੰ ਸਕ੍ਰੈਪ ਕਰਤਾ ਕਿ ਨਹੀਂ 65 ਹੀ ਹੈ। ਬਿਲਕੁਲ ਠੀਕ ਹੈ, ਸੈਡ ਨਹੀਂ ਪਾ ਕਰਨਾ। ਲੇਕਿਨ ਜਿਹੜਾ ਰੂਲ 10 ਸਾਲ ਤੋਂ 20 ਸਾਲ ਸੀਗਾ ਉਹ ਰੂਲ ਪਾਰਲੀਮੈਂਟ ਵਿੱਚ ਪਾਸ ਹੋ ਗਿਆ। ਓਕੇ। ਸੋ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਅਗਰ ਆਪਣੇ ਹੁਣ ਆਈ ਨੋ ਕਿ ਆਪਾਂ
ਜਦੋਂ ਸਾਈਨ ਕਰਦੇ ਆ ਕਿ ਹਾਂਜੀ ਇੱਥੇ ਸਾਈਨ ਕਰ ਦਿਓ, ਇੱਥੇ ਸਾਈਨ ਕਰ ਦਿਓ, ਸਾਈਨ ਕੀਤੇ ਤਾਂ ਚਲੇ ਗਏ, ਪੇਰੈਂਟਸ ਨੂੰ ਲਿਆਉਣਾ ਵੀ, ਪੇਰੈਂਟਸ ਆ ਗਏ ਨੇ, ਬੜੀ ਖੁਸ਼ੀ ਹੈਗੀ ਹੈ ਜੀ। ਹੁਣ ਤੁਸੀਂ ਆਪਣੇ ਐਗਰੀਮੈਂਟ ਤੇ ਖਿਆਲ ਕਰੋ ਕਿ ਤੁਹਾਡਾ ਐਗਰੀਮੈਂਟ 10 ਸਾਲ ਦਾ ਵੈ ਜਾਂ 20 ਸਾਲ ਦਾ ਹੈਗਾ ਵੈ, ਠੀਕ ਹੈ। ਓਕੇ, ਚਾਂਸਿਸ ਆਰ ਕਿ ਤੁਸੀਂ 2014 ਤੋਂ ਬਾਅਦ ਜਦੋਂ ਵੀ ਤੁਸੀਂ ਸਾਈਨ ਕੀਤਾ ਵੈ, ਤੁਸੀਂ 20 ਸਾਲ ਦਾ ਹੀ ਸਾਈਨ ਕੀਤਾ ਵੈ। ਸਰਕਾਰ ਦੇ ਹਿਸਾਬ ਦੇ ਨਾਲ ਜਿਹੜੇ ਪਹਿਲੇ ਬੰਦੇ ਆਏ ਸੀਗੇ ਉਹ 2016 ਦੇ ਵਿੱਚ ਆਏ ਸੀਗੇ। 2015 ਦੇ ਵਿੱਚ ਮੈਨੂੰ ਹੁਣ ਜ਼ਬਾਨੀ ਯਾਦ ਨਹੀਂ ਹੈ, ਹੋ ਸਕਦਾ ਉਸ ਟਾਈਮ ਫਰੀਜ਼ ਲੱਗੀ ਹੋਵੇ ਕਿ ਕੋਈ ਆ ਨਹੀਂ ਸਕਦਾ, ਜਿੱਦਾਂ ਅੱਜ ਕੱਲ੍ਹ ਫਰੀਜ਼ ਲੱਗੀ ਹੈ। ਸੋ ਤੁਸੀਂ 2016 ਤੋਂ ਬਾਅਦ ਜਾਂ 2016 ਦੇ ਵਿੱਚ ਜਾਂ 2015 ਦੇ ਵਿੱਚ ਦੇਖਦੇ ਹੋ ਆਪਣਾ ਐਗਰੀਮੈਂਟ, ਤੁਹਾਡਾ ਐਗਰੀਮੈਂਟ ਕਹੇਗਾ ਕਿ ਤੁਸੀਂ 20 ਸਾਲ ਆਪਣੇ ਪੇਰੈਂਟਸ ਦਾ ਖਿਆਲ ਰੱਖਣਾ ਹੈਗਾ ਵੈ, ਠੀਕ ਹੈ। ਸੋ ਜਿਹੜੀ ਪੇਰੈਂਟਸ ਦਾ ਖਿਆਲ ਰੱਖਣ ਦੀ 10 ਸਾਲ ਦੀ ਸ਼ਰਤ ਸੀ ਉਹ 20 ਸਾਲ ਹੋ ਚੁੱਕੀ ਹੈ। ਬਿਲਕੁਲ ਠੀਕ ਗੱਲ ਹੈ ਜੀ, ਉਹ ਆਲਰੇਡੀ ਹੋ ਚੁੱਕੀ ਹੈ, 2015 ਦੇ ਵਿੱਚ 16 ਚ ਹੋ ਚੁੱਕੀ ਹੈ। ਵਾਹ। ਸੋ ਇਹ ਨਵਾਂ ਨਹੀਂ, ਇਹ ਨਵਾਂ ਰੂਲ ਨਹੀਂ, ਮੈਂ ਇਹ ਨਵਾਂ ਰੂਲ ਨਹੀਂ, ਠੀਕ ਹੈ ਜੀ। ਸੋ ਇਹਦੇ ਤੇ ਮੈਂ ਮਾਫੀ ਮੰਗਾਂਗਾ ਕਿ ਅਗਰ ਮੈਂ ਇਮੀਗ੍ਰੇਸ਼ਨ ਕੇ ਐਕਸਪਰਟ ਦੇ ਮੈਂ ਕੋਈ ਸਹੀ ਲਾਈਨ ਨਹੀਂ ਬੋਲੀ ਤਾਂ ਮੈਂ ਮਾਫੀ ਮੰਗਾਂਗਾ, ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਹੁਣ ਮੈਂ ਗੱਲ ਕੋਸ਼ਿਸ਼ ਕਰਨੀ ਹੈ ਪੈਨਸ਼ਨ ਵਾਸਤੇ, ਠੀਕ ਹੈ। ਯੈਸ। 2014-15 ਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਓਲਡ ਏਜ ਪੈਨਸ਼ਨ ਐਕਟ ਦੀ, ਜਿਹੜਾ ਲਾਅ ਹੈਗਾ ਵਾ ਉਹਦੇ ਵਿੱਚ। ਜੀ। ਓਲਡ ਏਜ ਪੈਨਸ਼ਨ ਐਕਟ ਇਹ ਕਹਿੰਦਾ ਸੀਗਾ ਕਿ 10 ਸਾਲ ਤੁਹਾਨੂੰ ਇੱਥੇ ਰਹਿਣਾ ਪੈਣਾ ਵੈ ਬਿਫੋਰ ਤੁਸੀਂ ਓਲਡ ਏਜ ਸਿਕਿਉਰਿਟੀ ਪੈਨਸ਼ਨ ਜਾਂ ਗਰੰਟਿਡ ਇਨਕਮ ਸਪਲੀਮੈਂਟ ਲੈਣੇ ਨੇ। 10 ਸਾਲ ਤੁਹਾਨੂੰ ਰਹਿਣਾ ਪੈਣਾ ਇੱਥੇ, ਬਿਲਕੁਲ 10 ਸਾਲ ਹੋਣਾ ਪੈਣਾ ਹੈਗਾ ਵੈ। ਤੇ 10 ਸਾਲ ਦਾ ਹੀ ਉਹ ਸਪੋਂਸਰਸ਼ਿਪ ਵਾਲਾ ਵੀ ਸੇਮ ਸੀਗਾ ਕਿ ਜਿਹੜੇ ਪੇਰੈਂਟਸ ਸਪੋਂਸਰ ਕੀਤੇ ਨੇ ਉਹ 10 ਸਾਲ ਇੱਥੇ ਰਹੇ ਹੋਣੇ ਚਾਹੀਦੇ ਹੈਗੇ ਨੇ। ਨਾ 10 ਸਾਲ ਦੀ ਐਲੀਜੀਬਿਲਿਟੀ ਸੀਗੀ, 10 ਸਾਲ ਦਾ ਐਗਰੀਮੈਂਟ ਸੀਗਾ, ਆਪਾਂ ਕਦੀ ਬੋਦਰ ਹੀ ਨਹੀਂ ਕੀਤਾ, ਗੱਲ ਹੀ ਖਤਮ ਹੋ ਗਈ, ਕੁਝ ਵੀ ਨਹੀਂ ਹੋਇਆ। ਹੁਣ ਜਦੋਂ 20 ਸਾਲ ਦਾ ਉਹ ਲਾ ਪਾਸ ਹੋ ਗਿਆ, ਇਹਦਾ ਮਤਲਬ ਇਹ ਹੈਗਾ ਕਿ 1 ਅਕਤੂਬਰ 2025 ਜਦੋਂ ਹੁਣ ਆਇਆ ਵੈ ਜੀ, ਉਸ ਤੋਂ ਬਾਅਦ ਅਗਰ ਤੁਸੀਂ 20 ਸਾਲ ਨਹੀਂ ਇੱਥੇ ਰਹੇ ਹੋ ਤੁਹਾਨੂੰ ਉਹ ਸਪਲੀਮੈਂਟ ਨਹੀਂ ਮਿਲਣੇ, ਸਮਝ ਗਏ, ਜਿਹੜੇ 10 ਸਾਲ ਬਾਅਦ ਮਿਲਣੇ ਸੀਗੇ, ਜਿਹੜੇ 10 ਸਾਲ ਬਾਅਦ ਪੈਨਸ਼ਨ ਲੱਗਣੀ ਸੀਗੀ। ਇੱਥੇ ਦੋ ਸਵਾਲ ਮੇਰੇ ਫੇਰ ਹੈ ਜੀ। 65 ਸਾਲ ਦਾ ਹੋ ਗਿਆ ਉਮਰ 65 ਸਾਲ ਦੀ ਹੋ ਗਈ ਤੇ ਮੈਨੂੰ ਦੋ ਪੈਨਸ਼ਨਾਂ ਮਿਲਦੀਆਂ, ਸਮਝਦੀਆਂ ਆਪਾਂ ਇਹਨੂੰ ਆਪਣੀ ਲੈਂਗੁਏਜ ਵਿੱਚ ਇਹ ਕਹਿੰਦੇ, 2 ਪੈਨਸ਼ਨਾਂ ਮਿਲਦੀਆਂ ਨੇ। ਇੱਕ ਤਾਂ ਓਲਡ ਏਜ ਸਿਕਿਉਰਿਟੀ ਮਿਲਣੀ ਹੈ, ਦੂਜੀ ਮਿਲਣੀ ਹੈ ਗਰੰਟੀਡ ਇਨਕਮ ਸਪਲੀਮੈਂਟ ਮਿਲਣਾ ਹੈ। ਸੋ ਹੁਣ ਉਹ ਇੱਕੋ ਹੀ ਮਿਲਣੀ ਹੈ, 2 ਨਹੀਂ ਮਿਲਣਗੀਆਂ। ਬਿਲਕੁਲ। 10 ਸਾਲ ਬਾਅਦ ਤੁਸੀਂ ਓਲਡ ਏਜ ਸਿਕਿਉਰਿਟੀ ਪੈਨਸ਼ਨ ਅਪਲਾਈ ਕਰ ਸਕਦੇ ਹੋ ਜੀ। ਸਪਲੀਮੈਂਟ ਹੁਣ ਤੁਹਾਨੂੰ 20 ਸਾਲ ਵੇਟ ਕਰਨੀ ਪੈਣੀ ਅਪਲਾਈ ਕਰਨ ਵਾਸਤੇ। ਜੇ ਤੁਸੀਂ 2016 ਚ ਆਏ ਹੋ ਜਾਂ 2015 ਵਿੱਚ ਆਏ ਹੈਗੇ ਹੋ। ਜੀ। ਸੋ 2015 ਤੋਂ ਬਾਅਦ ਰੂਲ ਚੇਂਜ ਹੋ ਗਿਆ, 1 ਅਕਤੂਬਰ 2025 ਨੂੰ ਲਾਗੂ ਕਰ ਦਿੱਤਾ ਗਿਆ ਕਿ ਤੁਸੀਂ ਓਲਡ ਏਜ ਪੈਨਸ਼ਨ ਵਾਸਤੇ ਓਲਡ ਏਜ OAS ਓਲਡ ਏਜ ਸਿਕਿਉਰਿਟੀ ਪੈਨਸ਼ਨ, ਹਾਂਜੀ, ਓਲਡ ਏਜ ਸਿਕਿਉਰਿਟੀ ਵਾਸਤੇ ਤੁਸੀਂ ਐਲੀਜੀਬਲ ਹੈਗੇ ਹੋ, ਪਰ ਗਰੰਟੀਡ ਇਨਕਮ ਵਾਸਤੇ ਤੁਸੀਂ ਐਲੀਜੀਬਲ ਨਹੀਂ ਰਹੇ। ਉਹਦੇ ਵਾਸਤੇ ਤੁਹਾਨੂੰ 20 ਸਾਲ ਪੂਰੇ ਕਰਨੇ ਪੈਣਗੇ ਕੈਨੇਡਾ ਦੇ ਵਿੱਚ। ਨਵਾਂ ਪੰਗਾ ਪਾਇਆ ਜੀ ਤੁਹਾਡੇ ਵਾਸਤੇ, ਉਹਦੀ ਅਸੀਂ ਥੋੜ੍ਹੀ ਜਿਹੀ ਗੱਲ ਅੱਛਾ ਸੁਰੇਸ਼ ਜੀ, ਥੋੜ੍ਹੀ ਜਿਹੀ ਕਨਫਿਊਜ਼ਨ ਹੈ ਇਹਦੇ ਵਿੱਚ ਕਿ ਹੁਣ ਇਹਨੂੰ 2015 ਤੋਂ ਆਇਆਂ ਲਈ ਮੰਨਿਆ ਜਾਵੇ ਕਿ 2016 ਤੋਂ ਆਇਆਂ ਲਈ ਮੰਨਿਆ ਜਾਵੇ, ਇਹਦੀ ਕਲੈਰੀਫਿਕੇਸ਼ਨ ਸਾਨੂੰ ਕਿੱਥੋਂ ਮਿਲ ਸਕਦੀ ਹੈ ਜੀ? ਸਿੰਪਲ ਕਲੈਰੀਫਿਕੇਸ਼ਨ ਜੀ, ਤੁਸੀਂ ਆਪਣਾ ਨਾ ਐਗਰੀਮੈਂਟ ਚੈੱਕ ਕਰੋ, ਜਿਹੜਾ ਤੁਸੀਂ ਐਗਰੀਮੈਂਟ ਸਾਈਨ ਕੀਤਾ, ਸਪੋਂਸਰਸ਼ਿਪ ਐਗਰੀਮੈਂਟ ਜਿਹੜਾ ਸਾਈਨ ਕੀਤਾ ਮੈਂ ਜੀ ਮਤਲਬ ਨਾਟ ਸੀਨੀਅਰ, ਜਿਹੜੇ ਸਪੋਂਸਰ ਨੇ ਉਹਨਾਂ ਨੇ। ਹਾਂਜੀ। ਸਪੋਂਸਰਸ਼ਿਪ ਐਗਰੀਮੈਂਟ 'ਚ 10 ਸਾਲ ਲਿਖਿਆ ਗਿਆ ਜਾਂ 20 ਸਾਲ ਲਿਖਿਆ ਗਿਆ, ਐ ਸਿੰਪਲ। ਉਹਦੇ ਉੱਤੇ ਲਿਖਿਆ ਹੋਇਆ ਹੈਗਾ 10 ਸਾਲ ਹੈ ਕਿ 20 ਸਾਲ। ਜੇ ਤੁਸੀਂ 10 ਸਾਲ ਲਿਖਿਆ ਹੋਇਆ, ਖੁਸ਼ੀ ਹੈ ਜੀ, ਤੁਹਾਡੀ ਪੈਨਸ਼ਨ ਲੱਗੇਗੀ ਜੀ, ਸਪਲੀਮੈਂਟ ਮਿਲਣਗੇ ਜੀ। ਜੇ ਉਹ 'ਚ 20 ਸਾਲ ਲਿਖਿਆ ਹੋਇਆ, ਇੰਤਜ਼ਾਰ ਕਰੋ, 2036 ਚ ਵਾਰੀ ਆਏਗੀ। ਤੇ ਹੁਣ ਇਸ 2036 ਚ ਵਾਰੀ ਆਏਗੀ। ਵਾਹ। ਤੇ ਹੁਣ ਥੋੜਾ ਜਿਹਾ ਸੁਰੇਸ਼ ਜੀ ਇਹ ਵੀ ਦੱਸੋ ਕਿ ਇਹਨਾਂ ਦੋਹਾਂ ਚ ਡਿਫਰੈਂਸ ਕੀ ਹੈ? ਪਹਿਲਾਂ ਆਪਾਂ ਪੈਨਸ਼ਨ ਦੀ ਗੱਲ ਕਰਦੇ ਹਾਂ ਜੀ ਕਿ ਲੋਕ ਆਪਾਂ ਤਾਂ ਪੈਨਸ਼ਨ ਹੀ ਸਮਝਦੇ ਜੀ, ਓਲਡ ਏਜ ਪੈਨਸ਼ਨ ਲੱਗ ਗਈ ਜੀ। ਪੈਨਸ਼ਨ ਕਿੰਨੀ ਆਉਂਦੀ ਜੀ? $1500 $2000 ਪੈਨਸ਼ਨ ਆਪਾਂ ਇੱਦਾਂ ਹੀ ਕਹਿੰਦੇ ਨਾ। ਪਹਿਲਾਂ ਆਪਾਂ ਪਿੱਛੇ ਚੱਲੀਏ, ਇਹਨੂੰ ਪਹਿਲਾਂ ਪੈਨਸ਼ਨ ਨੂੰ ਡਿਵਾਈਡ ਕਰੀਏ ਆਪਾਂ ਜੀ। ਪੈਨਸ਼ਨ ਜਿਹੜੀ ਹੈਗੀ ਹੈ ਜੀ, ਓਲਡ ਏਜ ਸਿਕਿਉਰਿਟੀ ਪੈਨਸ਼ਨ ਹੈ, ਕਿਹਨੂੰ ਲੱਗਦੀ ਹੈ ਜੀ? 65 ਸਾਲ ਤੁਹਾਡੀ ਉਮਰ ਹੋ ਜਾਵੇ, 10 ਸਾਲ ਤੁਸੀਂ ਕੈਨੇਡਾ 'ਚ ਰਿਹਾ ਹੋਏ ਜੀ, ਉਹਨੂੰ ਲੱਗਦੀ ਹੈ ਜੀ ਓਲਡ ਏਜ ਸਿਕਿਉਰਿਟੀ ਪੈਨਸ਼ਨ। ਇਹ ਉਮਰ ਦੇ ਬੇਸ ਦੇ ਉੱਤੇ ਹੈਗੀ ਹੈ ਤੇ ਕਿੰਨੇ ਸਾਲ ਤੁਸੀਂ ਰਹੇ ਹੈਗੇ ਹੋ, ਠੀਕ ਹੈ ਜੀ। ਇਹ ਤੁਹਾਡੀ ਪੈਨਸ਼ਨ ਜਿਹੜੀ ਹੈਗੀ, ਅਗਰ ਤੁਸੀਂ 40 ਸਾਲ ਤੁਸੀਂ ਆਪਣਾ ਕੈਨੇਡਾ ਵਿੱਚ ਰਹੇ ਹੋ ਤਾਂ ਤੁਹਾਨੂੰ ਪੂਰੀ ਪੈਨਸ਼ਨ ਲੱਗਦੀ ਹੈ, $700 ਕੁਛ ਹੈਗੀ, ਤੁਹਾਨੂੰ ਪੂਰੀ ਪੈਨਸ਼ਨ ਲੱਗਦੀ ਹੈਗੀ, ਠੀਕ ਹੈ। ਦੂਜੀ ਜਿਹੜੀ ਪੈਨਸ਼ਨ ਹੈਗੀ ਹੈ, ਜਿਹਨੂੰ ਅਸੀਂ ਪੈਨਸ਼ਨ ਕਹਿੰਦੇ ਹਾਂ ਪਰ ਆਪਾਂ ਉਹਨੂੰ ਸਪਲੀਮੈਂਟ ਵਰਡ ਯੂਜ਼ ਕਰਦੇ ਹੈਗੇ ਆ, ਉਹ ਹੈਗਾ ਵਾ ਇਨਕਮ ਬੇਸ ਦੇ ਉੱਤੇ। ਇਨਕਮ ਮਤਲਬ ਤੁਹਾਡੀ ਇਨਕਮ ਕਿੰਨੀ ਹੈ, ਉਹ ਲੋ ਇਨਕਮ ਵਾਸਤੇ ਹੈਗੀ ਹੈ, ਲੋ ਇਨਕਮ ਸੀਨੀਅਰ ਵਾਸਤੇ ਹੈਗੀ ਹੈ।
ਉਹਦੇ ਵਾਸਤੇ ਜਿਹੜਾ ਪ੍ਰੈਜ਼ੈਂਟ ਰੂਲ ਇਹ ਹੈਗਾ ਵੈ ਕਿ ਤੁਸੀਂ 65 ਸਾਲ ਦੇ ਹੋ ਗਏ, ਤੁਹਾਨੂੰ ਓਲਡ ਏਜ ਪੈਨਸ਼ਨ ਮਿਲਦੀ ਪਈ ਹੈ, ਤੁਸੀਂ 10 ਸਾਲ ਇੱਥੇ ਰਹਿ ਲਿਆ ਹੈਗਾ ਵੈ, ਅਤੇ ਤੁਹਾਡੇ ਆਪਣੇ ਸਪਲੀਮੈਂਟ ਮਿਲਦੇ ਹੈਗੇ ਨੇ ਜੀ। ਠੀਕ ਹੈ ਜੀ। ਉਹ ਹੈਗੇ ਨੇ $1000 ਤੋਂ ਉੱਪਰ। ਠੀਕ ਹੈ ਜੀ। ਸੋ ਉਹ ਕਿੰਨੇ ਸਾਲ ਤੁਸੀਂ ਰਹੇ ਹੋ ਇਹ ਡਿਪੈਂਡ ਨਹੀਂ, ਮਤਲਬ ਓਲਡ ਏਜ ਦੇ ਵਿੱਚ ਤੁਸੀਂ 40 ਸਾਲ ਰਹੇ ਹੋ, ਇਹ ਤਾਂ 40 ਸਾਲ ਦਾ ਨਹੀਂ ਮੈਂ ਕੋਈ ਵਰਡ ਬੋਲਿਆ, 10 ਸਾਲ ਦਾ ਵਰਡ ਬੋਲਿਆ ਅੱਜ ਦੀ ਡੇਟ ਦੇ ਵਿੱਚ ਨਾ। ਬਿਲਕੁਲ ਜੀ। ਸੋ ਟੋਟਲ ਪੈਨਸ਼ਨ ਸਪੋਜ਼ ਕਰੋ ਕਿ ਤੁਸੀਂ 10 ਸਾਲ ਹੀ ਰਹੇ ਹੋ ਇੱਥੇ, ਤੁਸੀਂ 2014 ਤੋਂ ਪਹਿਲਾਂ ਆਏ ਸੀਗੇ, ਠੀਕ ਹੈ, ਪੁਰਾਣੇ ਟਾਈਮ 'ਚ ਆਏ ਸੀਗੇ, 2014 ਤੋਂ ਪਹਿਲਾਂ ਆਏ ਸੀਗੇ ਜੀ। ਤਾਂ ਤੁਸੀਂ 10 ਸਾਲ ਰਹੇ ਹੋ, ਰਫਲੀ ਤੁਹਾਡੀ ਪੈਨਸ਼ਨ ਬਣੀ $200 ਜਾਂ $250 ਜਾਂ $300 ਤੁਹਾਡੀ ਓਲਡ ਏਜ ਸਿਕਿਉਰਿਟੀ ਪੈਨਸ਼ਨ, ਬਿਕਾਜ਼ ਤੁਸੀਂ 40 ਸਾਲ ਨਹੀਂ ਰਹੇ ਇੱਥੇ। ਸਪਲੀਮੈਂਟ ਸਪੋਜ਼ ਤੁਹਾਡੀ ਕੋਈ ਹੋਰ ਇਨਕਮ ਕੋਈ ਨਹੀਂ ਹੈਗੀ, ਤੁਹਾਡੀ ਜ਼ੀਰੋ ਇਨਕਮ ਹੈ ਜੀ, ਠੀਕ ਹੈ, ਤੁਹਾਡੇ ਸਪਲੀਮੈਂਟ ਹੋ ਗਏ $1000 ਜਾਂ $1100 ਜਾਂ $1200, ਤੁਹਾਡੀ ਟੋਟਲ ਪੈਨਸ਼ਨ ਹੋ ਗਈ ਜੀ $1400 ਜਾਂ $1500, ਠੀਕ ਹੈ ਜੀ। ਇਹ ਹੁਣ ਹੋ ਗਿਆ ਜਿਹੜੇ ਲੋਕ 2014 ਤੋਂ ਪਹਿਲਾਂ ਆਏ ਸੀਗੇ, ਠੀਕ ਹੈ। ਹੁਣ ਆਪਾਂ ਚੇਂਜ ਕਰਦੇ ਹਾਂ ਕਿ ਤੁਸੀਂ 2016 ਦੇ ਵਿੱਚ ਆਏ ਹੋ ਜਾਂ 2014 ਲਾਅ ਬਣਨ ਤੋਂ ਬਾਅਦ ਆਏ ਹੋ, ਜਦੋਂ ਤੁਹਾਨੂੰ 20 ਸਾਲ ਦਾ ਐਗਰੀਮੈਂਟ ਹੋ ਗਿਆ ਜੀ। ਪਹਿਲੀ ਪੈਨਸ਼ਨ ਓਲਡ ਏਜ ਸਿਕਿਉਰਿਟੀ ਸੇਮ, ਤੁਹਾਨੂੰ $200-300 10 ਸਾਲ ਬਾਅਦ ਲੱਗ ਜਾਣੀ ਹੈ ਜੀ। ਜਿਹੜੀ ਦੂਜੀ ਪੈਨਸ਼ਨ $1000 ਤੇ $1100 ਹੈ, ਹੁਣ ਤੁਹਾਨੂੰ 10 ਸਾਲ ਬਾਅਦ ਨਹੀਂ ਲੱਗਣੀ, 20 ਸਾਲ ਬਾਅਦ ਲੱਗਣੀ ਹੈ, ਤੁਹਾਨੂੰ 10 ਸਾਲ ਹੋਰ ਇੰਤਜ਼ਾਰ ਕਰਨਾ ਪਏਗਾ। ਸੋ ਹੁਣ ਜੇ ਤੁਸੀਂ 2016 'ਚ ਆਏ, ਤੁਹਾਡਾ ਐਗਰੀਮੈਂਟ ਚੈੱਕ ਕਰੋ, ਜਿਹੜਾ ਸਪੌਂਸਰ ਐਗਰੀਮੈਂਟ ਆ ਤੁਹਾਡੇ ਬੱਚਿਆਂ ਨੇ ਜਿਨ੍ਹਾਂ ਨੇ ਤੁਹਾਨੂੰ ਸਪੌਂਸਰ ਕੀਤਾ ਸੀ, ਉਹਨਾਂ ਦੇ ਐਗਰੀਮੈਂਟ ਦੇ ਵਿੱਚ ਉਹਦੀ ਡੇਟ ਲਿਖੀ ਹੋਏਗੀ, ਸਾਲ ਲਿਖੇ ਹੋਣਗੇ। ਜੇ ਉਹ 20 ਸਾਲ ਹੈ ਤਾਂ ਫਿਰ ਤੁਹਾਨੂੰ ਹੁਣ 10 ਹੀ ਹੋਏ ਨੇ, ਅਜੇ 10 ਹੋਰ ਵੇਟ ਕਰੋ, 25 ਤੇ 10 35 ਤੱਕ ਜਾ ਕੇ ਤੁਸੀਂ ਜਿਹੜਾ ਸਪਲੀਮੈਂਟ ਹੈ ਉਸ ਵਾਸਤੇ ਅਪਲਾਈ ਕਰ ਸਕਦੇ ਹੋ, ਹੁਣ ਨਹੀਂ ਕਰ ਸਕਦੇ। ਤੇ ਬਹੁਤ ਸਾਰੇ ਲੋਕ ਤਾਂ ਤਿਆਰ ਬੈਠੇ ਹੋਣਗੇ ਜੀ, ਹੁਣ ਉਹਨੂੰ ਇਹ ਪਤਾ ਕਿਉਂ ਨਹੀਂ ਲੱਗ ਸਕਿਆ, ਇਹਦੀ ਇਨਫੋਰਮੇਸ਼ਨ ਕਿਉਂ ਨਹੀਂ ਆ ਸਕੀ ਜੀ ਬਾਹਰ। ਸੋ ਇਹ ਸਰਕਾਰਾਂ ਦਾ ਹੀ ਕੰਮ ਹੈ ਜੀ। ਅਸੀਂ ਬੈਕਗਰਾਊਂਡ ਤੇ ਚੱਲੀਏ ਨਾ, 2014 ਦੇ ਵਿੱਚ ਜਦੋਂ ਇਹ ਲਾਅ ਬਣਿਆ ਉਸ ਟਾਈਮ ਇਹ ਰੌਲਾ ਪਿਆ ਜੀ ਕਿ ਹਾਂਜੀ 20 ਸਾਲ ਕਰਤਾ ਗਿਆ ਵੈ, ਕਰਨਾ ਹੈਗਾ ਵੈ, ਕਿਸੇ ਨੇ ਉਹਨੂੰ ਆਪਣੇ ਪੈਨਸ਼ਨ ਨਾਲ ਨਹੀਂ ਅਟੈਚ ਕੀਤਾ, ਇਮੀਗ੍ਰੇਸ਼ਨ ਨਾਲ ਹੀ ਅਟੈਚ ਕੀਤਾ। ਇਹ ਇਮੀਗ੍ਰੇਸ਼ਨ ਦਾ 20 ਸਾਲ ਦਾ ਰੂਲ ਹੋ ਗਿਆ ਹੈਗਾ ਵੈ। ਪਰ ਹੁਣ ਦੇਖੋ ਨਾ, ਹੁਣ ਮੇਰੇ ਬਜ਼ੁਰਗ ਪੇਰੈਂਟਸ ਇੰਡੀਆ ਬੈਠੇ ਨੇ, ਮੈਂ ਉਹਨਾਂ ਦਾ ਖਿਆਲ ਰੱਖਣਾ, ਮੇਰੀ ਇੱਕ ਜ਼ਿੰਮੇਵਾਰੀ ਹੈ, ਰਾਈਟ। ਮੈਂ ਕਹਿੰਦਾ ਭਾਈ 10 ਸਾਲ ਕੀ 20 ਸਾਲ ਉਹਦਾ ਮੈਂ ਹੀ ਰੱਖਣਾ ਉਹਨਾਂ ਦਾ ਖਿਆਲ, ਬਿਲਕੁਲ। ਮੈਨੂੰ ਕੀ ਫਰਕ ਪੈਂਦਾ, ਹਾਂਜੀ, ਰਾਈਟ। ਮੈਂ ਅੱਜ ਕੇ 20 ਤੇ ਸਾਈਨ ਕਰ ਦਿੱਤੇ, ਹਾਂਜੀ, ਠੀਕ ਹੈ। ਕਿਸੇ ਨੇ ਸੋਚਿਆ ਨਹੀਂ ਪੈਨਸ਼ਨ ਬਾਰੇ ਉਸ ਟਾਈਮ ਦੇ ਉੱਤੇ, ਨਾ ਹੀ ਪੈਨਸ਼ਨ ਦਾ ਰੌਲਾ ਪਿਆ, ਠੀਕ ਹੈ ਜੀ। ਲਾਅ ਪਾਸ ਹੋ ਗਿਆ ਪਾਰਲੀਮੈਂਟ ਦੇ ਵਿੱਚ, there was no public consultation ਜੀ, ਕਿ ਲੋਕ ਬਾਹਰ ਨਹੀਂ ਪੁੱਛਿਆ ਗਿਆ, ਪਾਰਲੀਮੈਂਟ ਦੇ ਵਿੱਚ ਇਹ ਗੱਲ ਐਗਰੀ ਹੋਈ ਹੈ, ਸਭ ਕੁਝ ਹੋਇਆ, ਉਹ ਪਾਸ ਹੋ ਗਿਆ। ਪਰ ਉਸ ਲਾਅ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਅੰਟਿਲ ਮਾਰਚ 2000 ਹੁਣ ਤੱਕ, 2025 ਦੇ ਵਿੱਚ, ਜਦੋਂ ਉਹਨੂੰ ਕਿਹਾ ਗਿਆ ਕਿ ਅਕਤੂਬਰ 1 2025 ਤੋਂ ਬਾਅਦ ਜੇ ਕੋਈ ਪੈਨਸ਼ਨ ਅਪਲਾਈ ਕਰਦਾ ਵੈ ਅਤੇ 20 ਸਾਲ ਦੇ ਵਿੱਚ ਆਉਂਦਾ ਵੈ ਅਤੇ ਉਹਨਾਂ ਨੂੰ ਇਹ ਪੈਨਸ਼ਨ ਜਿਹੜੀ ਹੈਗੀ ਉਹ ਨਹੀਂ ਲੱਗਦੀ ਹੈਗੀ। ਸੋ ਕਿਹਾ ਜਾਵੇ ਜੀ ਕਿ ਇਟਸ ਅ ਲਾਅ ਜਿਹੜਾ ਪੁਰਾਣਾ ਪਾਸ ਹੋ ਚੁੱਕਾ ਸੀਗਾ, ਕੋਈ ਨਵਾਂ ਲਾਅ ਨਹੀਂ ਹੈਗਾ ਸੀਗਾ, ਇੰਪਲੀਮੈਂਟੇਸ਼ਨ ਉਹਦੀ ਹੁਣ ਹੋਈ ਹੈ। ਹੁਣ ਇੱਕ ਹੋਰ ਕੁਐਸਚਨ ਵੀ ਹੈਗਾ ਕਿ ਜਦੋਂ 10 ਸਾਲ ਅਸੀਂ ਕਾਊਂਟ ਕਰਨੇ ਆ, ਉਹ ਜਿਸ ਦਿਨ ਇੱਥੇ ਆਏ ਉਸ ਦਿਨ ਤੋਂ 10 ਸਾਲ ਹੋਣਗੇ, ਕਈ ਵਾਰੀ ਪਹਿਲਾਂ ਵੀ ਆਉਂਦੇ ਰਹੇ, ਕੀ ਉਹ ਵੀ ਪੀਰੀਅਡ ਗਿਣਿਆ ਜਾਂਦਾ? ਸੋ ਦੈਟਸ ਅ ਸਿਟੀਜ਼ਨਸ਼ਿਪ ਕੁਐਸਚਨ ਜੀ, ਮੈਂ ਕਹਾਂ, ਜਾਂ ਆਪਣਾ ਨੰਬਰ ਦਾ ਕੁਐਸਚਨ ਹੈ, ਇਮੀਗ੍ਰੇਸ਼ਨ ਦਾ ਕੁਐਸਚਨ ਹੈ। ਆਈ ਨੋ ਕਿ ਜੇ ਤੁਸੀਂ ਪਹਿਲਾਂ ਆਉਂਦੇ ਉਹਦਾ ਕੁਛ ਹਿੱਸਾ ਉਹ ਹੁੰਦਾ ਵੈ ਉਹਦੇ ਵਿੱਚ, ਪਰ ਮੈਂ ਜਵਾਬ ਦੇਣਾ ਨਹੀਂ ਚਾਹੁੰਦਾ ਕਿ ਮੈਂ ਗਲਤ ਜਵਾਬ ਨਾ ਦੇਵਾਂ। ਜੀ, ਠੀਕ ਹੈ ਗੱਲ। ਸੋ ਇਹਦੇ ਬਾਰੇ ਜਿਹੜਾ ਆ ਉਹ ਇਹ, ਕਿਉਂਕਿ ਉਹ ਪੀਰੀਅਡ ਗਿਣਿਆ ਜਾਣਾ ਕਿ ਨਹੀਂ ਗਿਣਿਆ ਜਾਣਾ, ਇਹਦੇ ਬਾਰੇ ਫੈਸਲਾ ਫਿਰ ਕੌਣ ਕਰੇਗਾ? ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਜੀ, ਉਹ ਉਹਨਾਂ ਦੇ ਜਿਹੜੇ ਰੂਲਸ ਹੈਗੇ ਨੇ ਉਸ ਹਿਸਾਬ ਨਾਲ ਕਾਊਂਟ ਨੇ, ਜਾਂ ਓਲਡ ਏਜ ਸਿਕਿਉਰਿਟੀ ਵਾਲਿਆਂ ਦੇ ਰੂਲ ਹੈਗੇ ਨੇ ਕਿ ਹਾਂਜੀ ਉਹ ਕਿੰਨਾ, ਕਈ ਵਾਰੀ 50% ਗਿਣਦੇ ਨੇ, ਪਿਛਲੇ 3 ਸਾਲ ਗਿਣਦੇ ਨੇ, ਤੁਸੀਂ ਕਿੰਨੇ ਮਹੀਨੇ ਇੱਥੇ ਰਹੇ ਹੋ, ਕਾਫੀ ਵਰਡਸ ਹੈ ਉਹਦੇ ਵਿੱਚ ਜੀ। ਸੋ ਇਹਦੇ ਵਾਸਤੇ ਤੁਹਾਨੂੰ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵਾਲੇ ਹੀ ਕਲੀਅਰ ਕਰਕੇ ਦੱਸ ਸਕਦੇ ਨੇ ਜੀ। ਸੋ ਇੱਕ ਕੁਐਸਚਨ ਹੈ ਜੀ ਔਜਲਾ ਜੀ ਦਾ, ਜੇ ਸਪੌਂਸਰ ਕਰਨ ਵਾਲਾ ਕੈਨੇਡਾ ਛੱਡ ਚੁੱਕਾ ਹੋਵੇ, ਪੇਰੈਂਟਸ ਇੱਥੇ ਕੈਨੇਡਾ ਵਿੱਚ ਹੋਣ ਅਤੇ ਉਹ 20 ਸਾਲ ਤੋਂ ਪਹਿਲਾਂ ਸਪਲੀਮੈਂਟ ਪੈਨਸ਼ਨ ਅਪਲਾਈ ਕਰਦੇ ਨੇ, ਫਿਰ ਕੀ ਸਿਨੈਰੀਓ ਹੋਏਗਾ? ਸੋ ਕੁਝ ਐਕਸੈਪਸ਼ਨਸ ਹੈਗੀਆਂ ਜੀ। ਸੋ ਬੈਂਕਰਪਸੀ ਇੱਕ ਐਕਸੈਪਸ਼ਨ ਹੈਗੀ ਹੈ। ਅੱਛਾ ਜੀ। ਸਪੌਂਸਰ ਦੀ ਡੈਥ ਹੋ ਜਾਵੇ, ਰੱਬ ਨਾ ਕਰੇ, ਰਾਈਟ, ਹਾਂਜੀ, ਇੱਦਾਂ ਦੀਆਂ ਕੁਝ ਐਕਸੈਪਸ਼ਨਸ ਹੈਗੀਆਂ ਵੈ ਜਿਨ੍ਹਾਂ ਦੇ ਅੰਡਰ ਉਹਨਾਂ ਦੀ
20 ਸਾਲ ਨੂੰ ਵੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਉਹਨਾਂ ਦੀ ਪੈਨਸ਼ਨ ਪਹਿਲਾਂ ਵੀ ਲੱਗ ਸਕਦੀ ਹੈਗੀ ਹੈ। ਨਾਓ ਇਟ ਡਿਪੈਂਡ ਕਰਦਾ ਜੀ ਹਰ ਇੱਕ ਦੇ ਸਰਕਮਸਟੈਂਸ ਦੇ ਉੱਤੇ। ਓਕੇ, ਸੋ ਉਹਨਾਂ ਦਾ ਸਰਕਮਸਟੈਂਸ ਉਹਨਾਂ ਨੂੰ ਡਿਸਕਸ ਉਹਨਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਵੱਖਰੀ ਹੈ। ਸੋ ਡਿਪਾਰਟਮੈਂਟ ਐਮਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਆਫ ਕੈਨੇਡਾ, ਦੈਟਸ ਦ ਡਿਪਾਰਟਮੈਂਟ ਜਿਹੜਾ ਪੈਨਸ਼ਨ ਦੇ ਬਾਰੇ ਆਪਣਾ ਕਰਦਾ ਵੈ। ਜੀ ਜੀ ਜੀ, ਮੋਸਟਲੀ ਆਪਾਂ ਸਰਵਿਸ ਕੈਨੇਡਾ ਉਹਨੂੰ ਕਹਿੰਦੇ ਹੈਗੇ ਆ। ਹਾਂਜੀ ਹਾਂਜੀ, ਐਗਜ਼ੈਕਟ ਵਰਡ ਉਹ ਹੈਗਾ। ਅਗਰ ਕਿਸੇ ਨੇ ਕਲੈਰਿਟੀ ਲੈਣੀ ਹੈ ਉਸ ਡਿਪਾਰਟਮੈਂਟ ਨੂੰ ਫੋਨ ਕਰਨ, ਚਾਹੇ ਉਹ ਨੰਬਰ ਆਫ ਮੰਥਸ ਕਿ ਪਹਿਲਾਂ ਜਿਹੜੇ ਆਏ ਨੇ ਪਹਿਲਾ ਕੁਐਸਚਨ ਸੀਗਾ, ਜਾਂ ਫਿਰ ਇਸ ਕੁਐਸਚਨ ਬਾਰੇ ਵੀ ਨਾ। ਜੀ ਜੀ ਜੀ। ਸੋ ਜੇ ਤੁਹਾਨੂੰ ਆਪਣੀ ਇਸ 20 ਸਾਲ ਵਾਲੀ 10 ਸਾਲ ਵਾਲੀ ਦਾ ਜਿਹੜਾ ਸ਼ਰਤ ਦਾ ਜਿਹੜੀ ਤਬਦੀਲੀ ਸਾਨੂੰ ਨੋਟ ਕਰਵਾਈ ਜਾ ਰਹੀ ਹੈ ਕਿ 1 ਅਕਤੂਬਰ 2025 ਤੋਂ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜੇ ਤੁਸੀਂ ਸਪਾਂਸਰਸ਼ਿਪ ਐਗਰੀਮੈਂਟ ਦੇ ਤਹਿਤ ਆਏ ਹੋ ਤੇ ਤੁਹਾਨੂੰ ਗਰੰਟੀਡ ਇਨਕਮ ਸਪਲੀਮੈਂਟ ਹੁਣ 20 ਸਾਲ ਬਾਅਦ ਮਿਲਣਗੇ। ਇਹਦੇ ਬਾਰੇ ਜੇ ਤੁਹਾਡੇ ਕੋਈ ਕੰਸਰਨਸ ਨੇ, ਤੁਹਾਡੇ ਕੋਈ ਕੁਐਸਚਨਸ ਨੇ, ਤੁਸੀਂ ਸਰਵਿਸ ਕੈਨੇਡਾ ਤੋਂ ਇਹਦਾ ਸੰਪਰਕ ਕਰ ਸਕਦੇ ਹੋ। ਤੇ ਹੁਣ ਜਿਵੇਂ ਇੱਕ ਕੁਐਸਚਨ ਹੈ ਕਿ ਉਹ ਕਹਿੰਦੇ ਕਿ ਮੇਰੀ ਮਦਰ ਨੂੰ PR ਹੀ 2023 ਚ ਮਿਲੀ ਹੈ, ਤੇ ਫਿਰ ਤਾਂ 20 ਸਾਲ ਇੰਤਜ਼ਾਰ ਕਰਨਾ ਪਏਗਾ। ਬਿਲਕੁਲ ਜੀ, ਨਵੇਂ ਰੂਲ 'ਚ ਹੀ ਹੋਣਗੇ, ਨਵੇਂ ਰੂਲ ਦੇ ਵਿੱਚ ਹੀ ਹੋਣਗੇ, 20 ਸਾਲ ਦੇ ਵਿੱਚ ਹੋਣਗੇ ਉਹ ਜੀ। ਸੋ 2033 ਦੇ ਵਿੱਚ ਉਹ ਐਲੀਜੀਬਲ ਹੋਣਗੇ, ਉਹ ਕਹਿੰਦੇ ਫॉर $200 ਫॉर 올ਡ ਏਜ ਸਿਕਿਉਰਿਟੀ। ਆਪਾਂ ਡਾਲਰ ਨੇ ਕਵਾਂਗੇ, ਆਪਾਂ ਕਵਾਂਗੇ ਜੀ 올ਡ ਏਜ ਸਿਕਿਉਰਿਟੀ ਵਾਸਤੇ ਤੁਸੀਂ ਐਲੀਜੀਬਲ ਹੋ। ਯੈਸ, ਡਾਲਰ 2033 ਵਾਲੇ ਉਹ ਹਾਂਜੀ, ਯਾ ਬਿਲਕੁਲ ਠੀਕ ਹੈ ਜੀ। ਤੇ ਫਾਈਨਲ ਵਰਡਸ ਮਦਾਨ ਜੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਕਿ ਰੈਡ FM ਇੱਕ ਸਾਧਨ ਹੈ ਆਪਣਾ ਨਾ, ਆਪਣੀ ਸਾਰੀ ਕਮਿਊਨਿਟੀ ਨੂੰ ਆਪਣਾ ਨਿਊਜ਼ ਦੇਣ ਵਾਸਤੇ, ਅਪਡੇਟ ਦੇਣ ਵਾਸਤੇ ਨਾ ਜੀ। ਔਰ ਅਗਰ ਤੁਹਾਨੂੰ ਅਗਰ ਆਪਾਂ ਇਨਕਮ ਟੈਕਸ ਦੀ ਗੱਲ ਕਰਦੇ ਹੈਗੇ ਆ, ਡੈਫੀਨੇਟਲੀ 31 ਦਸੰਬਰ ਆ ਰਹੀ ਹੈ, ਜਿਹੜਾ ਆਪਣਾ ਸਾਲ ਖਤਮ ਹੋ ਰਿਹਾ ਵੈ। ਉਸ ਤੋਂ ਪਹਿਲਾਂ ਤੁਸੀਂ ਕੁਝ ਆਪਣਾ ਪਲਾਨ ਕਰਨਾ ਚਾਹੁੰਦੇ ਹੋ ਜਾਂ ਕੁਝ ਹੈਗਾ ਵੈ, ਤੇ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ, ਟੈਕਸ ਐਕਸਪਰਟ ਦੇ ਨਾਲ ਗੱਲ ਕਰੋ। ਤੁਹਾਡੀ ਪੈਨਸ਼ਨ ਦਾ ਕੁਐਸਚਨ ਹੈਗਾ ਵੈ, ਮੇਰੀ ਸਲਾਹ ਹੋਏਗੀ ਕਿ ਤੁਸੀਂ ਇਹ ਪੈਨਸ਼ਨ ਦਾ ਕੁਐਸਚਨ ਜਿਹੜਾ ਸੈਂਸਿਟਿਵ ਹੈ, ਆਪਣੇ ਸਰਵਿਸ ਕੈਨੇਡਾ ਨੂੰ ਡਾਇਰੈਕਟ ਗੱਲ ਕਰੋ, ਆਪਣੀ ਸਿਚੁਏਸ਼ਨ ਦੱਸੋ, ਆਪਣੀ ਐਗਜ਼ੈਕਟ ਸਿਚੁਏਸ਼ਨ ਦੱਸੋ ਕਿ ਹਾਂਜੀ ਮੈਂ ਕਿਸ ਦਿਨ ਆਇਆ ਸੀਗਾ, ਕਿੱਦਣ ਕੀ ਹੋਇਆ ਸੀਗਾ, ਤੇ ਉਹਦੀ ਕਲੈਰਿਟੀ ਆਪਣੀ ਕਰੋ। ਜੀ ਬਿਲਕੁਲ ਠੀਕ। ਬਾਕੀ ਆਫ ਕੋਰਸ ਜੀ ਲਾਅ ਇਜ਼ ਲਾਅ, ਜੋ ਲਾਅ ਹੈਗਾ, ਰੂਲ ਤਾਂ ਰੂਲ ਹੀ ਹੈ ਜੀ। ਬਿਲਕੁਲ ਠੀਕ। ਮਦਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਈ ਨੋ ਤੁਹਾਡਾ ਬਿਜ਼ੀ ਸਕੈਜੂਲ ਵੀ ਹੁੰਦਾ, ਪਰ ਫਿਰ ਵੀ ਤੁਸੀਂ ਸਾਡੇ ਲਈ ਸਮਾਂ ਕੱਢਦੇ ਹੋ। ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। ਥੈਂਕ ਯੂ ਰਿਸ਼ੀ ਜੀ।